ਪੰਜਾਬ ਦੀ ਆਵਾਜ਼ ਨਿਊਜ਼ ਚੈਨਲ ਦੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਮੈਂ ਸੁਖਵਿੰਦਰ ਸਿੰਘ ਅੱਬੂਵਾਲ ਅੱਜ ਤੁਹਾਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਖੁਸ਼ਹਾਲੀ ਦੇ ਰੱਖੇ ਜਾਣੇ GOG ਦੇ ਜੋ ਹੋਂਦ ਵਿੱਚ ਲਿਆਂਦਾ ਸੀ ਕਿ ਭ੍ਰਿਸ਼ਟਾਚਾਰ ਨੂੰ ਜ਼ਮੀਨੀ ਲੈਵਲ 'ਤੇ ਨੱਥ ਪਾਈ ਜਾਵੇ, ਪਰ ਕਿਤੇ ਨਾ ਕਿਤੇ ਇਹ GOG ਅੱਜ ਲੋਕਾਂ ਦੇ ਦੋਸ਼ਾਂ ਦੇ ਹੇਠ ਚੱਲਦਿਆਂ ਅਲਵਿਦਾ ਕਹਿਣ ਲੱਗੀ ਹੈ। ਸੁਣਦੇ ਹਾਂ ਵਿਧਾਨ ਸਭਾ ਹਲਕਾ ਗਿੱਲ ਤੋਂ ਪਿੰਡ ਆਸੀ ਕਲਾਂ ਦੇ ਉਸ GOG ਦੀ ਸ਼ਮਸ਼ੇਰ ਸਿੰਘ ਦੀ ਕਿ ਉਹਨਾਂ ਦੇ ਨਾਲ ਅਜਿਹਾ ਕੀ ਵਾਪਰਿਆ ਕਿ GOG ਨੂੰ ਅਲਵਿਦਾ ਆ ਕੇ। ਸ਼ਮਸ਼ੇਰ ਸਿੰਘ ਪਿੰਡ ਆਸੀ ਕਲਾਂ ਜ਼ਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ ਹਾਂ। ਮੈਂ ਤਕਰੀਬਨ 20 ਸਾਲ ਸਿੱਖ ਰੈਜੀਮੈਂਟ ਦੇ ਵਿੱਚ ਬੜੀ ਹੀ ਇਮਾਨਦਾਰੀ ਨਾਲ ਡਿਊਟੀ ਕਰਕੇ ਘਰੇ ਰਿਟਾਇਰਮੈਂਟ ਹੋ ਕੇ ਆ ਗਿਆ। ਉਸ ਤੋਂ ਬਾਅਦ ਕੈਪਟਨ ਸਰਕਾਰ ਦੇ ਵੱਲੋਂ ਪਿੰਡਾਂ ਦੇ ਵਿੱਚ ਜੋ ਕਿ ਨੀਚੇ ਲੈਵਲ ਤੇ ਸ਼ੋਸ਼ਣ ਹੋ ਰਿਹਾ ਗਰੀਬਾਂ ਦਾ, ਮਨਰੇਗਾ ਦਾ, ਆਟਾ ਦਾਲ ਸਕੀਮ ਦੇ ਪ੍ਰਤੀ ਜਾਂ ਹੋਰ ਵੀ ਕਈ ਸਕੀਮਾਂ ਨੇ ਜਿਹੜੀਆਂ ਆਮ ਲੋਕਾਂ ਦੀ ਸਹੂਲਤ ਦੇ ਵਾਸਤੇ ਆਉਂਦੀਆਂ ਨੇ, ਉਹਦੇ ਵਾਸਤੇ ਇੱਕ ਨਿਗਰਾਨ ਐਕਸ ਆਰਮੀ GOG ਦੇ ਤੌਰ ਤੇ ਲਾਏ ਗਏ। ਮੈਂ ਉਹ ਡਿਊਟੀ ਜੁਆਇਨ ਕੀਤੀ ਬੜੀ ਹੀ ਇਮਾਨਦਾਰੀ ਦੇ ਨਾਲ। 3 ਪਿੰਡਾਂ ਦੇ ਵਿੱਚ ਮੈਂ ਤਕਰੀਬਨ ਹੁਣ ਤੱਕ 150 ਦੇ ਕਰੀਬ ਰਿਪੋਰਟਾਂ ਪਾ ਚੁੱਕਿਆ, ਜਿਹੜੀਆਂ ਮਨਰੇਗਾ ਦੇ ਪ੍ਰਤੀ, ਆਟਾ ਦਾਲ ਸਕੀਮ ਦੇ ਪ੍ਰਤੀ, ਜਲ ਸਪਲਾਈ ਦੇ ਪ੍ਰਤੀ ਤੇ ਹੋਰ ਵੀ ਜੋ ਕਿ ਮੈਡੀਕਲ ਸਹੂਲਤਾਂ ਦੇ ਪ੍ਰਤੀ ਜਾਂ ਪਸ਼ੂ ਡਿਸਪੈਂਸਰੀਆਂ ਦੇ ਪ੍ਰਤੀ ਨੇ। ਤੇ ਉਸ ਤੋਂ ਬਾਅਦ ਜੋ ਮੇਰੇ ਨਾਲ ਇਹ ਘਟਨਾ ਵਾਪਰੀ ਹੈ ਉਹ ਸਿਰਫ ਇੱਕ ਨਸ਼ਿਆਂ ਦੀ ਰੈਲੀ ਦੇ ਜੋ ਕਿ ਪਿੰਡ ਦੇ ਵਿੱਚ ਕੱਢੀ ਗਈ ਸੀ ਪ੍ਰਸ਼ਾਸਨ ਦੀ ਆਗਿਆ ਦੇ ਨਾਲ, ਬੱਚਿਆਂ ਦੇ ਤੇ ਸਕੂਲੀ ਅਧਿਆਪਕਾਂ ਦੇ ਸਹਿਯੋਗ ਦੇ ਨਾਲ ਪਿੰਡ ਵਿੱਚ ਰੈਲੀ ਕੱਢੀ ਗਈ। ਉਹ ਰੈਲੀ ਕੁਝ ਬੰਦਿਆਂ ਨੂੰ ਮਨਜ਼ੂਰ ਨਹੀਂ ਸੀ ਤੇ ਉਹੀ ਰੈਲੀ ਇਹ ਮੇਰੇ ਕਾਰਨ ਬਣੀ ਜੋ ਕਿ ਮੇਰੇ ਤੇ ਕੇਸ ਦਰਜ ਹੋਇਆ ਤੇ ਗਰੀਬਾਂ ਦੀਆਂ ਰਿਪੋਰਟਾਂ ਦੇਣ ਦਾ ਖਿਆਮਾਜਾ ਮੈਨੂੰ ਹੁਣ ਤੱਕ ਭੁਗਤਣਾ ਪਿਆ। ਇਸ ਕਿਹੜੀ ਚੀਜ਼ ਦਾ ਦਰਜ ਜੋ ਅੱਜ ਦੀ ਜੋ ਸਥਿਤੀ ਹੈ ਇਹ ਪਿਛਲੀ 25/3/2019 ਦੀ ਗੱਲ ਹੈ। ਡੀਪੂ ਹੋਲਡਰ ਕਣਕ ਵੰਡ ਰਿਹਾ ਸੀ। ਮੈਂ GOG ਦੀ ਡਿਊਟੀ ਦੇ ਤੌਰ ਤੇ ਉਹਨਾਂ ਨੂੰ ਚੈੱਕ ਕਰਨ ਵਾਸਤੇ ਗਿਆ। ਉਹਨਾਂ ਨੂੰ ਮੈਂ ਬੇਨਤੀ ਕੀਤੀ ਕਿ ਤੁਸੀਂ ਹੱਥ ਲਿਖਤ ਪਰਚੀਆਂ ਨਾ ਦਿਓ, ਕੰਪਿਊਟਰ ਪਰਚੀਆਂ ਦਿਓ। ਇਹ ਡਿਊਟੀ ਭੁਗਤਾਉਣ ਤੋਂ ਬਾਅਦ ਮੈਂ ਆਪਦੇ ਘਰੇ ਆ ਜਾਂਦਾ ਹਾਂ। ਤਕਰੀਬਨ 2 ਵਜੇ ਦਾ ਟਾਈਮ ਹੁੰਦਾ। ਅਨਾਉਂਸਮੈਂਟ ਕਰਕੇ ਜਦੋਂ ਮੈਂ ਘਰੇ ਆ ਜਾਂਦਾ ਤਾਂ ਉਹਦੀ ਕੁਦਰਤੀ ਜੋ ਕਿ ਹਾਰਟ ਦਾ ਪਹਿਲਾਂ ਹੀ ਪੇਸ਼ੈਂਟ ਸੀ, ਸਤਪਾਲ ਦੀ ਉਮਰ ਹੈ ਜੋ ਕਿ ਤਕਰੀਬਨ 73 ਸਾਲ ਹੈ। ਉਹ ਹਾਰਟ ਦੀ ਬਿਮਾਰੀ ਤੋਂ ਤੇ ਹੋਰ ਕਈ ਬਿਮਾਰੀਆਂ ਤੋਂ ਪੀੜਤ ਸੀ, ਦਵਾਈਆਂ ਉਹਦੀਆਂ ਚੱਲਦੀਆਂ ਸੀ। ਉਹਦੀ ਕੁਦਰਤੀ ਮੌਤ ਹੋ ਜਾਂਦੀ ਹੈ। ਤਕਰੀਬਨ ਮੈਡੀਕਲ ਰਿਪੋਰਟ ਦੇ ਹਿਸਾਬ ਨਾਲ ਉਹਦੀ 6 ਵਜੇ ਡੈਥ ਹੋ ਰਹੀ ਹੈ ਤੇ ਉਸੇ ਜੋ ਕੁਦਰਤੀ ਮੌਤ ਹੈ ਉਹਨੂੰ ਪਿੰਡ ਦੇ ਸਰਪੰਚ ਰਣਜੀਤ ਸਿੰਘ ਮਾਂਗਟ ਕਿਲਾ ਰੈਪਰ ਤੇ ਉਹਨਾਂ ਦੇ ਕੁਝ ਸਾਥੀਆਂ ਨੇ ਸਾਜ਼ਿਸ਼ ਤਹਿਤ ਮੇਰੇ ਤੇ ਝੂਠਾ ਪਰਚਾ ਸਦਰ ਥਾਣੇ ਦੇ ਵਿੱਚ ਕਰਵਾ ਦਿੱਤਾ ਜਾਂਦਾ ਤੇ ਮੈਨੂੰ ਰਾਤ ਨੂੰ ਸ਼ਾਮ ਦੇ ਟਾਈਮ ਤੇ ਘਰੋਂ ਸਰਪੰਚ ਅਮਰੀਨ ਸਿੰਘ ਖੁਦ ਆਉਂਦਾ ਪੁਲਿਸ ਨੂੰ ਨਾਲ ਲੈ ਕੇ। ਉਹ ਜਾ ਕੇ ਮੈਨੂੰ ਥਾਣੇ ਛੱਡ ਆਉਂਦਾ। ਥਾਣੇ ਦੇ ਵਿੱਚ ਛੱਡਣ ਆਉਣ ਤੋਂ ਬਾਅਦ ਉੱਥੇ ਮੇਰੇ ਪਿੰਡ ਦੇ ਬੰਦੇ ਜਾਂਦੇ ਨੇ, GOG ਦੇ ਮੋਹਤਵਾਰ ਬੰਦੇ ਜਾਂਦੇ ਨੇ ਤੇ ਪਰ SHO ਸੁਖਦੇਵ ਬਰਾੜ ਦੇ ਵੱਲੋਂ ਪੂਰਨ ਭਰੋਸਾ ਦਿੱਤਾ ਜਾਂਦਾ ਕਿ ਕੱਲ੍ਹ ਨੂੰ ਉਹਦਾ ਸੰਸਕਾਰ ਹੋਣ ਤੋਂ ਬਾਅਦ ਤੁਹਾਡੇ ਇਸ ਬੰਦੇ ਨੂੰ ਛੱਡ ਦਿੱਤਾ ਜਾਵੇਗਾ। ਕੋਈ ਇਸ ਤਰ੍ਹਾਂ ਦੀ ਗੱਲ ਨਹੀਂ, ਸਾਨੂੰ ਪਤਾ ਜੋ ਅਸਲੀਅਤ ਹੈ। ਤੇ ਪਰ ਰਾਤ ਨੂੰ ਇੱਕ ਬਲਵੀਰ ਸਿੰਘ ਹੈੱਡ ਕਾਂਸਟੇਬਲ ਜੋ ਕਿ ਬੁੱਚੜ ਤੇ ਹੰਕਾਰੀ ਵਿਰਤੀ ਦਾ ਬੰਦਾ ਸੀ, ਉਹਨੇ ਮੇਰੇ ਕੇਸਾਂ ਦੀ ਬਹੁਤ ਹੀ ਜ਼ਿਆਦਾ ਬੇਅਦਬੀ ਕੀਤੀ। ਕੇਸਾਂ ਕਕਾਰਾਂ ਦੀ ਉਹਨੇ ਮੇਰੀ ਬੇਅਦਬੀ ਕੀਤੀ ਤੇ ਸਿੱਖੀ ਦੇ ਪ੍ਰਤੀ ਬਹੁਤ ਹੀ ਭੱਦੇ ਲਫ਼ਜ਼ ਬੋਲੇ, ਫੌਜੀਆਂ ਦੇ ਪ੍ਰਤੀ ਜੋ ਕਿ ਮੈਂ ਸੋਸ਼ਲ ਮੀਡੀਆ ਤੇ ਹੁਣ ਉਹ ਬੋਲ ਵੀ ਨਹੀਂ ਸਕਦਾ। ਉਸ ਤੋਂ ਬਾਅਦ 11 ਵਜੇ ਮੈਨੂੰ ਤਕਰੀਬਨ ਮੇਰੇ ਪਰਿਵਾਰਕ ਮੈਂਬਰ GOG ਦੂਸਰੇ ਦਿਨ 26 ਤਰੀਕ ਨੂੰ ਛੁਡਾ ਕੇ ਘਰੇ ਲੈ ਆਉਂਦੇ ਆ। ਫਿਰ ਮੈਂ ਮੈਡੀਕਲ ਰਿਪੋਰਟ ਦੀ ਇੰਤਜ਼ਾਰ ਕਰਦਾ। 3 ਮਹੀਨੇ ਮੈਂ ਆਪਦੇ ਘਰ ਤੋਂ ਬਾਹਰ ਰਹਿਣਾ ਹੈ ਆਪਦੇ ਪਰਿਵਾਰਕ ਮੈਂਬਰਾਂ ਦੇ ਨਾਲ। ਉਹਦੀ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਮੈਂ ਘਰੇ ਆਉਂਦਾ ਹਾਂ।
ਉਸ ਤੋਂ ਬਾਅਦ ਮੈਂ ਮੇਰੀ ਬੇਟੀ ਨੇ, ਮੇਰੀ ਵਾਈਫ ਬਲਵਿੰਦਰ ਕੌਰ ਨੇ ਕਮਿਸ਼ਨਰ ਦੇ ਐਪਲੀਕੇਸ਼ਨ ਦਿੱਤੀ ਕਿ ਇਸ ਦੀ ਕਿਸੇ ਹੋਰ ਉੱਚ ਅਧਿਕਾਰੀ ਤੋਂ ਇਨਕੁਆਇਰੀ ਕਰਾਈ ਜਾਵੇ ਤੇ ਸੱਚ ਨੂੰ ਅੱਗੇ ਲਿਆਂਦਾ ਜਾਵੇ। ਪਰ ਅਫਸੋਸ ਉਹ ਇਨਕੁਆਇਰੀ ਉਸੇ ਹੈੱਡ ਕਾਂਸਟੇਬਲ ਬਲਵੀਰ ਸਿੰਘ ਕੋਲ ਚਲੀ ਜਾਂਦੀ ਹੈ ਜਿਸ ਨੇ ਪੈਸੇ ਲੈ ਕੇ ਇਹ ਕੇਸ ਦਰਜ ਕੀਤਾ ਹੁੰਦਾ, ਤੇ ਉਹ ਪੈਸੇ ਦੀ ਝਾਕ ਦੇ ਵਿੱਚ ਹੀ ਅਜੇ ਤੱਕ ਮੈਂ ਤੁਰਿਆ ਫਿਰ ਰਿਹਾ, ਅਜੇ ਤੱਕ ਕੋਈ ਵੀ ਉਹਦੀ ਠੀਕ ਢੰਗ ਨਾਲ ਇਨਕੁਆਇਰੀ ਨਹੀਂ ਹੋਈ। ਪੁਲਿਸ ਨੇ ਪ੍ਰਸ਼ਾਸਨ ਕੋਲ ਮੈਂ ਕਿੰਨੀ ਵਾਰ ਜਾ ਚੁੱਕਿਆ, ਆਪਦੇ ਪਰਿਵਾਰਕ ਮੈਂਬਰਾਂ ਨੂੰ ਲਾ ਕੇ, ਪਿੰਡ ਦੇ ਮੋਹਤਬਾਰ ਬੰਦਿਆਂ ਨੂੰ ਲਿਜਾ ਕੇ। ਤੇ ਦੂਸਰੀ ਮੈਂ ਇੱਕ ਮੀਡੀਆ ਦੇ ਜ਼ਰੀਏ ਪ੍ਰਸ਼ਾਸਨ ਨੂੰ ਤੇ ਆਮ ਪਬਲਿਕ ਨੂੰ ਇਹ ਗੱਲ ਦੱਸਣੀ ਚਾਹੁੰਦਾ ਕਿ ਇਹ ਬਿਲਕੁਲ ਸਾਜ਼ਿਸ਼ ਦੇ ਤਹਿਤ ਮੇਰੇ ਤੇ ਕੇਸ ਦਰਜ ਕੀਤਾ ਗਿਆ। FIR ਜੋ ਕਿ ਉਸ ਦੇ ਬੇਟੇ ਵੱਲੋਂ ਵੀ ਨਹੀਂ ਕੀਤੀ ਗਈ, ਉਹਦੀ ਵਾਈਫ ਵੱਲੋਂ ਵੀ ਨਹੀਂ ਕੀਤੀ ਗਈ, ਅੰਜੂ ਰਾਣੀ ਉਸ ਦੀ ਨੂੰਹ ਦੇ ਵੱਲੋਂ ਕੀਤੀ ਜਾਂਦੀ ਹੈ, ਜੋ ਕਿ ਤੀਸਰੇ ਤੌਰ ਤੇ ਉਹਦੇ ਤੋਂ ਦਬਾਅ ਪਾ ਕੇ ਉਹਨੂੰ ਲਾਲਚ ਦਿੱਤਾ ਜਾਂਦਾ ਕਿ ਤੈਨੂੰ 10 ਲੱਖ ਰੁਪਈਆ ਦਵਾਵਾਂਗੇ। ਦੂਸਰਾ ਅਨਾਉਂਸਮੈਂਟ ਜਦੋਂ ਮੈਂ ਕਰਦਾ ਤਾਂ ਗੁਰਦੁਆਰਾ ਸਾਹਿਬ ਦਾ ਪਾਠੀ ਆ ਉਹ ਵੀ ਇਹੀ ਕਹਿ ਰਿਹਾ ਹੈ ਵੀ ਮੇਰੇ ਤੋਂ ਚਾਬੀ ਖੋਈ ਗਈ। ਉੱਥੇ CCTV ਕੈਮਰੇ ਲੱਗੇ ਹੋਏ ਆ, ਜਿਹੜਾ ਪਾਠੀ ਸਿੰਘ ਆ ਉਹ ਖੁਸ਼ਕਿਸਮਤ ਸਿੰਘ ਆ, ਉਹਦੇ ਬਾਰੇ ਪਿੰਡ ਦੇ ਲੋਕ ਜਾਣਦੇ ਆ ਕਿਸ ਤਰ੍ਹਾਂ ਦਾ ਕਰੈਕਟਰ ਦਾ ਕੀ ਆ ਉਹ। ਤੇ ਉਹਨੇ ਇਹ ਕਿਹਾ ਵੀ ਸ਼ਮਸ਼ੇਰ ਸਿੰਘ ਨੇ ਚਾਬੀਆਂ ਮੇਰੇ ਤੋਂ ਖੋਹੀਆਂ। ਜੇ ਮੈਂ ਚਾਬੀਆਂ ਖੋਹੀਆਂ ਤਾਂ ਉਹਦੀ ਕੋਈ ਰਿਕਾਰਡਿੰਗ ਹੋਏਗੀ ਜਾਂ ਉਹਦੀ ਕੋਈ CCTV ਕੈਮਰਿਆਂ ਵਿੱਚ ਰਿਕਾਰਡ ਹੋਊਗੀ, ਜਾਂ ਉਹਨਾਂ ਨੇ ਆਪਦੇ ਕੋਈ ਜਿਹੜੇ ਕਮੇਟੀ ਦੇ ਮੈਂਬਰ ਨੇ ਉਹਨਾਂ ਨੂੰ ਜਾਣਕਾਰੀ ਦਿੱਤੀ ਹੋਊਗੀ ਲਿਖਤ 'ਚ, ਜਾਂ ਕੋਈ ਹੋਰ ਵੀ ਇਹਨੇ ਮੇਰੇ ਤੋਂ ਚਾਬੀ ਖੋਲ੍ਹੀ। ਦੂਸਰਾ ਇੱਕ ਦੁਕਾਨਦਾਰ ਹੈ, ਉਹ ਗੁਰਦੁਆਰਾ ਸਾਹਿਬ ਨੂੰ ਸਪਲਾਈ ਦਿੰਦਾ ਹੈ ਤੇ ਉਹ ਮੌਕੇ ਤੇ ਪੰਚ ਵੀ ਹੈ, ਸੋਨੂ ਨਾਮ ਦਾ ਮੁੰਡਾ ਹੈ, ਤੇ ਉਹਨੇ ਗਵਾਹੀ ਦਿੱਤੀ ਹੈ ਕਿ ਮੈਂ ਮੌਕੇ ਤੇ ਉੱਥੇ ਸੀਗਾ। ਤੇ ਮੈਂ ਪ੍ਰਸ਼ਾਸਨ ਤੋਂ ਵੀ ਇਹੀ ਮੌਕੇ ਤੇ ਉੱਥੇ ਸੀ, ਉਹ ਕੀ ਕਹਿੰਦਾ ਵੀ ਚਾਬੀਆਂ ਖੋਹੀਆਂ ਸੀ ਕਿ ਨਹੀਂ ਖੋਹੀਆਂ? ਉਹ ਦੇਖੋ ਗੁਰਦੁਆਰਾ ਸਾਹਿਬ ਦਾ ਜੋ ਪਾਠੀ ਆ ਉਹ ਕਹਿ ਰਿਹਾ ਵੀ ਇਹਨੇ, ਜਿਹੜਾ ਸੋਨੂ ਪੰਚ ਮੌਕੇ ਤੇ ਉਹ ਜਾ ਰਿਹਾ ਕਹਿ ਰਿਹਾ ਵੀ ਮੈਂ ਮੌਕੇ ਤੇ ਸੀ, ਉਹਨੇ ਕੀ ਕਿਹਾ ਵੀ ਚਾਬੀਆਂ? ਉਹਨੇ ਇਹ ਨਹੀਂ ਕਹਿ ਰਿਹਾ ਚਾਬੀਆਂ ਖੋਹੀਆਂ, ਉਹ ਇਹ ਕਹਿ ਰਿਹਾ ਵੀ ਜਿਸ ਟਾਈਮ ਤੇ ਸ਼ਮਸ਼ੇਰ ਨੇ ਧੱਕਾ ਮੁੱਕੀ ਕੀਤੀ ਮੈਂ ਉੱਥੇ ਸੀ। ਤੇ ਇਹਨਾਂ ਦੀ FIR ਦੇ ਦੌਰਾਨ ਹੀ ਮੈਂ ਕਹਿ ਰਿਹਾ ਵੀ ਇਹ ਕਹਿ ਰਹੇ ਨੇ ਵੀ ਸ਼ਮਸ਼ੇਰ ਸਿੰਘ ਭਗੌੜਾ ਹੋ ਗਿਆ, ਤੇ ਪਰ ਮੈਂ ਤਾਂ ਉਸ ਟਾਈਮ ਜਿਸ ਟਾਈਮ FIR ਕੀਤੀ ਜਾ ਰਹੀ ਆ 10 ਵਜੇ 25 ਤਰੀਕ ਨੂੰ 10 ਵਜੇ ਸ਼ਾਮ ਨੂੰ ਰਾਤ ਨੂੰ, ਮੈਂ ਖੁਦ ਉਸ ਟਾਈਮ ਵੀ ਥਾਣੇ ਸੀਗਾ। ਤੇ ਪੱਤਰਕਾਰ ਵੀ ਕਹਿ ਰਹੇ ਨੇ, ਪੁਲਿਸ ਪ੍ਰਸ਼ਾਸਨ ਵੀ ਕਹਿ ਰਿਹਾ ਵੀ ਸ਼ਮਸ਼ੇਰ ਸਿੰਘ ਭਗੌੜਾ। ਇਹ ਬਿਲਕੁਲ FIR ਹੈ ਜੋ ਝੂਠ ਦਾ ਪਲੰਦਾ ਸਾਜ਼ਿਸ਼ ਦੇ ਤਹਿਤ ਕੀਤੀ ਗਈ ਹੈ। ਇਹਦੇ ਵਿੱਚ ਜਿਹੜੀ ਡੈਥ ਵਾਲਾ ਮੌਤ ਦਾ ਸਰਟੀਫਿਕੇਟ ਆ ਉਹਦੇ ਵਿੱਚ 6 ਵਜੇ ਦਾ ਟਾਈਮ ਆ ਸ਼ਾਮ ਦਾ, ਤੇ ਉਹਨਾਂ ਦੇ ਬਿਆਨ ਦੇ ਰਾਹੀਂ ਤਾਂ ਇਹ ਦੱਸਿਆ ਗਿਆ ਵੀ ਜਦੋਂ ਧੱਕਾ ਮੁੱਕੀ ਕਰੀ ਆ ਮੌਕੇ ਤੇ ਮੌਤ ਹੋ ਗਈ ਹੈ। ਇਹਦੇ ਬਾਰੇ ਦੇਖੋ ਉਹਦੇ 'ਚ ਜਿਹੜੀ ਉਹਦੀ ਨੂੰਹ ਰਾਣੀ ਆ ਅੰਜੂ ਰਾਣੀ, ਉਹ ਕਹਿ ਰਹੀ ਹੈ ਵੀ ਉਸ ਸਤਪਾਲ ਸਿੰਘ ਦੀ 2:30 ਵਜੇ ਮੌਤ ਹੋ ਜਾਂਦੀ ਹੈ, ਪਰ ਮੈਡੀਕਲ ਰਿਪੋਰਟ ਕਹਿ ਰਹੀ ਹੈ ਵੀ 6 ਵਜੇ ਉਸ ਬੰਦੇ ਦੀ ਡੈਥ ਹੋ ਰਹੀ ਹੈ। ਤੇ 6 ਵਜੇ ਤੋਂ ਬਾਅਦ ਹੀ ਮੈਨੂੰ ਘਰੋਂ ਬੈਠੇ ਨੂੰ ਫੜਿਆ ਗਿਆ। ਜੇ ਮੈਂ ਉਹਦੇ ਨਾਲ ਧੱਕਾ ਮੁੱਕੀ ਕੀਤੀ ਹੁੰਦੀ ਤਾਂ ਮੈਂ ਘਰੇ ਆ ਕੇ ਬੈਠਦਾ ਨਹੀਂ ਸੀ, ਮੈਂ ਕਿਤੇ ਹੋਰ ਅੱਗੇ ਪਿੱਛੇ ਹੋ ਜਾਂਦਾ। ਸਰਪੰਚ ਖੁਦ ਮੈਨੂੰ ਪੁਲਿਸ ਦੇ ਨਾਲ ਜਾ ਕੇ ਉੱਥੇ ਛੱਡ ਕੇ ਆ ਰਿਹਾ, ਥਾਣੇ ਦੇ ਵਿੱਚ ਛੱਡ ਕੇ ਆ ਰਿਹਾ। ਤੁਹਾਡਾ GOG ਨਾਲ ਹੁਣ ਕੀ ਅਸਤੀਫਾ ਦੇਤਾ ਜਾਂ ਹਜੇ ਵੀ ਤੁਸੀਂ ਕੰਮ ਕਰ ਰਹੇ ਹੋ, ਜਾਂ ਤੁਹਾਡਾ ਜੋ ਮੁੱਖ ਮੰਤਰੀ ਦੀ ਸੋਚ ਸੀ ਇੱਕ ਲੋਕਾਂ ਦਾ ਸ਼ੋਸ਼ਣ ਬੰਦ ਕਰਨ ਲਈ ਇੱਕ GOG ਨੂੰ ਸਥਾਪਿਤ ਕੀਤਾ ਸੀ ਵੀ ਲੋਕਾਂ ਦੀ ਆਵਾਜ਼ ਉਠਾਉਣਗੇ ਇਹ, ਤੇ ਆਵਾਜ਼ ਉਠਾਉਣ ਦਾ ਤੁਹਾਨੂੰ ਕੀ ਹੁਣ ਲੱਗਦਾ ਵੀ ਆਵਾਜ਼ ਅੱਗੇ ਤੋਂ GOG ਉਠਾਉਣਗੇ ਜਾਂ ਨਹੀਂ? ਜਿਹੜੇ ਅਸੀਂ ਫੌਜੀ ਸਾਬਕਾ ਫੌਜੀ GOG ਦੇ ਵਿੱਚ ਲਾਏ ਗਏ ਆ, ਅਸੀਂ ਬਹੁਤ ਹੀ ਇਮਾਨਦਾਰੀ ਨਾਲ ਆਪਦੀ ਡਿਊਟੀ ਨਿਭਾਈ ਹੈ। ਇਹੀ ਇਮਾਨਦਾਰੀ ਡਿਊਟੀ ਦੇ ਨਿਭਾਉਣ ਦਾ ਹੀ ਸਾਨੂੰ ਖਾਮਿਆਜਾ ਭੁਗਤਣਾ ਪਿਆ। ਪਰ ਅਫਸੋਸ ਕਿ GOG ਦੇ ਵਰਕਰ ਦੇ ਨਾਲ ਨੀਚੇ ਲੈਵਲ ਤੇ ਕੋਈ ਇਸ ਤਰ੍ਹਾਂ ਦਾ ਕਾਂਡ ਵਾਪਰ ਜਾਂਦਾ ਤਾਂ ਉਹਦੀ ਹੈਲਪ ਕੋਈ ਨਹੀਂ ਕੀਤੀ ਜਾਂਦੀ। ਤੇ ਜਿਸ ਤਰ੍ਹਾਂ ਅਸੀਂ ਸੱਚ ਦੇ ਪ੍ਰਤੀ ਗਰੀਬਾਂ ਦੇ ਨਾਲ ਜੋ ਸ਼ੋਸ਼ਣ ਹੋ ਰਿਹਾ ਹੈ, ਕਿਲ੍ਹਾ ਰੈਪਰ ਦੀ ਜਲ ਸਪਲਾਈ ਦਾ ਇਸ ਟਾਈਮ 40 ਲੱਖ ਰੁਪਈਆ ਪੈਂਡਿੰਗ ਖੜਾ, ਤੇ ਉਹਦਾ ਜਾਗਦਾ ਸਬੂਤ ਹੈ ਵੀ ਉਹਨਾਂ ਦੀ ਪੰਚਾਇਤ ਨੇ ਅਜੇ ਤੱਕ ਚਾਰਜ ਵੀ ਨਹੀਂ ਲਿਆ। ਜੋ ਰਣਜੀਤ ਸਿੰਘ ਮੰਗਟਾ ਉਹਦੀ ਉੱਪਰ ਪਹੁੰਚ ਹੈ, ਰੈਪਰ ਕਮੇਟੀ ਦਾ ਉਹ ਇਸ ਟਾਈਮ ਚੇਅਰਮੈਨ ਆ। ਤੇ ਇਹੋ ਹੀ ਕਾਰਨ ਹੈ ਵੀ ਜਦੋਂ ਇਹਦੇ 'ਚ ਉੱਚ ਜਿਹੜੇ ਰਾਜਨੀਤਿਕ ਬੰਦੇ ਨੇ ਉਹੀ ਭ੍ਰਿਸ਼ਟ ਨੇ ਤਾਂ ਸਾਨੂੰ ਨਿਆਂ ਦੀ ਸਾਨੂੰ ਆਸ ਹੀ ਨਹੀਂ ਕੀਤੀ ਜਾ ਸਕਦੀ। ਤੁਹਾਡੇ GOG ਦੇ ਜਿਹੜੇ ਮੁੱਖ ਅਫਸਰ ਨੇ ਉਹਨਾਂ ਤੱਕ ਤੁਸੀਂ ਪਹੁੰਚ ਕਰੀ? ਉਹਨਾਂ ਤੱਕ ਪਹੁੰਚ ਕੀਤੀ ਹੈ, ਉਹਨਾਂ ਤੇ ਵੀ ਰਾਜਨੀਤਿਕ ਪ੍ਰਭਾਵ ਹੈ। ਕਿਤੇ ਨਾ ਕਿਤੇ ਫਿਰ GOG ਹੈ ਜਿਹੜੀ ਇਹ ਰਾਜਨੀਤਿਕ ਭੇਂਟ ਚੜੀ ਹੋਈ ਹੈ ਕਹਿ ਸਕਦੇ ਹਾਂ। ਲੋਕਾਂ ਦੀ ਜਿਹੜੀ ਆਵਾਜ਼ ਉਠਾਉਣ ਲਈ ਇੱਕ ਫੌਜ ਖੜੀ ਕਰੀ ਸੀ ਕੈਪਟਨ ਅਮਰਿੰਦਰ ਸਿੰਘ ਨੂੰ, ਖੁਸ਼ ਨਹੀਂ ਹੋ ਗਈ ਕਿਤੇ ਨਾ ਕਿਤੇ ਤੁਹਾਡੇ ਸਾਹ? ਕੈਪਟਨ ਅਮਰਿੰਦਰ ਸਿੰਘ ਦੀ ਬਹੁਤ ਵਧੀਆ ਸੋਚ ਸੀ। ਉਹਨਾਂ ਨੇ ਇਹ GOG ਇਸ ਕਰਕੇ ਲਾਏ ਸੀ ਕਿ ਜਿਹੜੀ ਇਹ GOG ਆ ਇਹ ਇੱਕ ਅੱਖ ਤੇ ਕੰਨ ਦਾ ਕੰਮ ਕਰੂਗੀ।
ਪਰ ਅੱਖ ਤੇ ਕੰਨ ਦੇ ਨਾਲ ਜੋ ਅਸੀਂ ਅੱਖਾਂ ਦੇ ਨਾਲ ਦੇਖਿਆ, ਕੰਨਾਂ ਦੇ ਨਾਲ ਸੁਣਿਆ, ਪਿੰਡ ਦੇ ਵਿੱਚ ਕੀ ਹੋ ਰਿਹਾ, ਉਹਦੀ ਉੱਪਰ ਤੱਕ ਅਸੀਂ ਰਿਪੋਰਟ ਦਿੱਤੀ। ਪਰ ਅਫਸੋਸ ਇਹੋ ਹੀ ਹੈ ਕਿ ਰਿਪੋਰਟ ਤਾਂ ਅਸੀਂ ਦਿੱਤੀ, ਉਹਦਾ ਪ੍ਰੋਪਰ ਕੋਈ ਵੀ ਹੱਲ ਨਹੀਂ ਕੱਢਿਆ ਗਿਆ। ਮੈਂ ਇਸ ਟਾਈਮ 150 ਰਿਪੋਰਟਾਂ ਤਕਰੀਬਨ 3 ਪਿੰਡਾਂ ਦੀਆਂ ਦੇ ਚੁੱਕਿਆ ਵੀ ਗਰੀਬਾਂ ਦੇ ਨਾਲ ਮਨਰੇਗਾ ਦੇ ਨਾਲ ਕਿਸ ਤਰ੍ਹਾਂ ਦਾ ਸ਼ੋਸ਼ਣ ਹੋ ਰਿਹਾ। ਉਹਨਾਂ ਦੀ ਹਾਜ਼ਰੀ ਹੈ ਜਿਹੜੀ 9 ਵਜੇ ਲਾਉਣੀ ਹੁੰਦੀ ਆ, ਉਹ ਸ਼ਾਮ ਨੂੰ ਲਾਈ ਜਾਂਦੀ ਹੈ। ਮਜ਼ਦੂਰ 40 ਕੰਮ ਕਰ ਰਹੇ ਨੇ, ਮਾਸਟਰ ਰੋਲ ਦੇ ਉੱਤੇ 50 ਭਰੇ ਜਾਂਦੇ ਨੇ। ਉਹ 10 ਮਜ਼ਦੂਰ ਕਿੱਥੇ ਨੇ? ਉਹ 5-5 ਮਜ਼ਦੂਰ ਨੇ ਜਿਹੜੇ ਉਹ ਸੈਕਟਰੀ ਦੀ ਜੇਬ ਤੇ ਸਰਪੰਚਾਂ ਦੀ ਜੇਬ 'ਚ ਪੈ ਜਾਂਦੇ ਨੇ। ਇਹੋ ਹੀ ਸੱਚ ਹੈ, ਇਹੋ ਸੱਚ ਦਾ ਸਾਨੂੰ ਖਾਮਿਆਜਾ ਭੁਗਤਣਾ ਪੈ ਰਿਹਾ। ਤੁਹਾਡੀਆਂ ਰਿਪੋਰਟਾਂ ਜਿਹੜੀਆਂ ਭੇਜੀਆਂ ਗਈਆਂ ਉਹਦਾ ਕੋਈ ਹੱਲ ਆਇਆ ਉੱਪਰੋਂ? ਉਹਦਾ ਹੱਲ ਕੋਈ ਨਹੀਂ ਆਇਆ ਜੀ। ਉੱਪਰੋਂ ਹੱਲ ਹੈ ਜਿਹੜਾ ਰਿਪੋਰਟਾਂ ਅਸੀਂ ਦੇ ਦਿੰਦੇ ਹਾਂ। ਇਹੀ ਮੇਨ ਕਾਰਨ ਆ GOG ਦਾ ਪਿੰਡਾਂ ਦੇ ਵਿੱਚ ਦੁਸ਼ਮਣੀ ਪੈਣ ਦਾ, ਇਹੋ ਹੀ ਮੇਨ ਕਾਰਨ ਹੈ ਕਿ ਰਿਪੋਰਟਾਂ ਅਸੀਂ ਦੇ ਦਿੰਦੇ ਹਾਂ, ਪ੍ਰਸ਼ਾਸਨ ਉਹਦਾ ਸਹੀ ਤਰੀਕੇ ਨਾਲ ਹੱਲ ਨਹੀਂ ਕੱਢਦਾ ਤੇ ਇਹ ਸਾਨੂੰ ਖਾਮਿਆਜਾ ਭੁਗਤਣਾ ਪੈ ਰਿਹਾ ਪਿੰਡਾਂ ਦੇ ਵਿੱਚ ਇਸੇ ਚੀਜ਼ ਦਾ। ਕਿਤੇ ਨਾ ਕਿਤੇ ਅਜੇ ਵੀ ਮਿਲੀ ਭੁਗਤ ਪਹਿਲਾਂ ਵਾਲੀ ਸਿਸਟਮ ਆ ਜੋ ਮਤਲਬ ਭ੍ਰਿਸ਼ਟਾਚਾਰ ਦਾ, ਉਹ ਅਜੇ ਵੀ ਚੱਲਦਾ। ਕੈਪਟਨ ਦੀ ਸਰਕਾਰ ਦੇ ਜੋ ਸੋਚ ਸੀ ਉਹ ਅੱਜ ਵੀ ਲਾਗੂ ਨਹੀਂ ਹੈ। ਅਸੀਂ ਇਹ ਮੰਨਦੇ ਹਾਂ ਕਿ ਕੈਪਟਨ ਸਰਕਾਰ ਆ ਜਿਹੜੀ, ਖੁਦ ਕੈਪਟਨ ਇਹ ਚੀਜ਼ ਦੀ ਸੋਚ ਰੱਖਦਾ, ਪਰ ਅਫਸੋਸ ਜਿਹੜੇ ਉਹਦੇ ਥੱਲੇ ਕਾਂਗਰਸੀ ਲੀਡਰ ਨੇ ਜਿਹੜੇ ਆਪਦੇ ਆਪ ਨੂੰ ਰਣਜੀਤ ਸਿੰਘ ਮਾਂਗਟ ਵਰਗੇ ਜਿਹੜੇ ਭ੍ਰਿਸ਼ਟ ਨੇ, ਲਿਬੜੇ ਹੋਏ ਨੇ ਇਹਨਾਂ ਚੀਜ਼ਾਂ ਦੇ ਨਾਲ, ਉਹ ਥੱਲੇ ਇਹਨਾਂ ਨੂੰ ਲਾਗੂ ਨਹੀਂ ਹੋਣ ਦੇ ਰਹੇ। ਸਾਡੇ GOG ਨੂੰ ਖੁਦ ਅਸੀਂ 3 GOG ਉੱਥੇ ਕਣਕ ਚੈੱਕ ਕਰਨ ਜਾ ਰਹੇ ਹਾਂ, ਉਹ ਕਹਿੰਦਾ ਵੀ ਤੁਸੀਂ ਕਿਹੜਾ ਰੈਪਰ 'ਚ GOG ਵੜ ਕਿਵੇਂ ਗਿਆ। ਜਦੋਂ ਅਸੀਂ ਇਹਦੀ ਆਪਦੇ ਉੱਚ ਅਧਿਕਾਰੀਆਂ ਨੂੰ, ਪ੍ਰਸ਼ਾਸਨ ਨੂੰ ਇਹਦੀ ਜਾਣਕਾਰੀ ਦਿੰਦੇ ਹਾਂ ਵੀ ਸਾਨੂੰ ਕਿਲਾ ਰੈਪਰ ਦੇ ਵਿੱਚ ਵੜ ਨਹੀਂ ਦਿੱਤਾ ਜਾ ਰਿਹਾ, ਰਿਪੋਰਟ ਅਸੀਂ ਕਿੱਥੋਂ ਪਾ ਦਈਏ ਤੁਹਾਡੀ, ਤੇ ਉਹ ਆ ਕੇ ਬਕਾਇਦਾ ਚੈੱਕ ਕਰਦੇ ਨੇ ਉਸ ਚੀਜ਼ ਨੂੰ। ਫਿਰ ਉਹੀ ਰਣਜੀਤ ਸਿੰਘ ਮਾਂਗਟ ਆਪਦੀ ਗਲਤੀ ਮੰਨਦਾ ਵੀ ਮੇਰੇ ਤੋਂ ਗਲਤੀ ਹੋ ਗਈ, ਪਰ ਗਲਤੀ ਦਾ ਖਾਮਿਆਜਾ ਸਾਨੂੰ ਇਹੀ ਭੁਗਤਣਾ ਪਿਆ ਹੁਣ ਤੱਕ। ਤੁਸੀਂ ਪ੍ਰਸ਼ਾਸਨ ਤੋਂ ਹੁਣ ਕੀ ਮੰਗ ਕਰਦੇ ਹੋ? ਪ੍ਰਸ਼ਾਸਨ ਤੋਂ ਅਸੀਂ ਇਹੋ ਹੀ ਮੰਗ ਕਰਦੇ ਹਾਂ ਵੀ ਜੋ GOG ਜਾਂ ਤਾਂ ਰਿਪੋਰਟਾਂ ਪਾ ਰਹੇ ਨੇ ਉਹਦੀਆਂ ਗਹਿਰਾਈ ਤੱਕ ਉਹਦੇ ਨਾਲ ਸੱਚ ਨਿਆਂ ਕੀਤਾ ਜਾਵੇ ਵੀ ਇਹਨਾਂ ਦੀਆਂ ਰਿਪੋਰਟਾਂ ਕੀ ਨੇ, ਤੇ ਰਿਪੋਰਟਾਂ ਪਾਉਣ ਦਾ ਖਾਮਿਆਜਾ ਸਾਨੂੰ ਭੁਗਤਣਾ ਪੈ ਰਿਹਾ। ਇਹੀ ਪ੍ਰਸ਼ਾਸਨ ਤੋਂ ਮੈਂ ਮੰਗ ਕਰ ਰਿਹਾ ਕਿ ਨਸ਼ਿਆਂ ਦੇ ਪ੍ਰਤੀ ਜਾਂ ਗਰੀਬਾਂ ਦੀ ਆਵਾਜ਼ ਉਠਾਉਣ ਦੇ ਪ੍ਰਤੀ ਮੈਨੂੰ 1.5 ਸਾਲ ਹੋ ਗਿਆ ਅੱਜ ਤੁਰੇ ਫਿਰਦੇ ਨੂੰ। ਆਖਰਕਾਰ ਜਦੋਂ ਤੱਕ ਮੈਂ 3 ਚਿੱਠੀਆਂ ਕਮਿਸ਼ਨਰ ਸਾਹਿਬ ਨੂੰ, CM ਸਾਹਿਬ ਨੂੰ ਤੇ DGP ਪੰਜਾਬ ਨੂੰ ਤੇ ਸਾਡੇ ਮਾਨਯੋਗ ਜਿਹੜੇ GOG ਦੇ ਨੇ TS ਸ਼ੇਰਗਿੱਲ ਜਰਨਲ ਸਾਹਿਬ, ਉਹਨਾਂ ਨੂੰ ਪਾ ਚੁੱਕਿਆ। ਜਦੋਂ ਇਹ ਚਿੱਠੀਆਂ ਦਾ ਕੋਈ ਵੀ ਮੈਨੂੰ ਹਜੇ ਤੱਕ ਹਾਂ ਪੱਖੀ ਹੰਗਾਰਾ ਨਹੀਂ ਮਿਲਿਆ, ਮੈਨੂੰ ਅੱਜ ਸੋਸ਼ਲ ਮੀਡੀਆ ਦਾ ਸਹਾਰਾ ਲੈਣਾ ਪੈ ਰਿਹਾ। ਤੁਹਾਡੇ ਕੇਸਾਂ ਦੀ ਤੁਸੀਂ ਕਿਹਾ ਬੇਅਦਬੀ ਹੋਈ ਆ, ਤੁਸੀਂ ਕੋਈ ਸਿੱਖ ਧਰਮ ਦੀ ਕਮੇਟੀ ਜੋ ਗੁਰਦੁਆਰਾ ਸ਼੍ਰੋਮਣੀ ਕਮੇਟੀ ਆ ਕੋਈ ਉਹਨਾਂ ਨਾਲ ਇਹਦੇ ਨਾਲ ਮੈਂ ਆਪਦਾ ਰਿਟਨ ਦੇ ਵਿੱਚ ਖੁੱਲੀ ਚਿੱਠੀ ਅਕਾਲ ਤਖਤ ਜਥੇਦਾਰ ਨੂੰ ਲਿਖ ਚੁੱਕਿਆ ਬਕਾਇਦਾ। ਉਹਨਾਂ ਵੱਲੋਂ ਅਜੇ ਤੱਕ ਮੈਨੂੰ ਇਹ ਤਾਂ ਆਪਣੇ ਵਿਸ਼ਵਾਸ ਦਿਵਾਇਆ ਗਿਆ ਕਿ ਇਸ ਚੀਜ਼ ਦਾ ਹੱਲ ਹੋਊਗਾ। ਹੁਣ ਹੱਲ ਕਦੋਂ ਹੁੰਦਾ ਇਹਦੇ ਬਾਰੇ ਮੈਂ ਕਹਿ ਨਹੀਂ ਸਕਦਾ। ਬਾਕੀ ਇੱਕ ਮੈਂ ਤੁਹਾਡੇ ਮੀਡੀਆ ਦੇ ਜ਼ਰੀਏ ਇਹ ਦੱਸਣਾ ਚਾਹੁੰਦਾ ਕਿ ਪੁਲਿਸ ਪ੍ਰਸ਼ਾਸਨ ਆ ਜਿਹੜਾ ਉਹ ਰਾਜਨੀਤਿਕ ਪ੍ਰਭਾਵ ਦੇ ਥੱਲੇ ਇੰਨਾ ਆ ਚੁੱਕਿਆ। ਅਸੀਂ ਇੰਨੀ ਵਾਰ ਜਾ ਚੁੱਕੇ ਹਾਂ ਬੁਲਾਉਣ ਤੇ ਉਹਨਾਂ ਦੇ, ਪੁਲਿਸ ਪ੍ਰਸ਼ਾਸਨ ਦੇ ਥਾਣੇ ਜਾ ਚੁੱਕੇ ਹਾਂ, ACP ਸਾਹਿਬ ਜਾ ਚੁੱਕੇ ਹਾਂ, ਉਹਨਾਂ ਨੂੰ ਅਸਲੀਅਤ ਇਸ ਚੀਜ਼ ਦੀ ਪੂਰੀ ਜਾਣਕਾਰੀ ਹੈ। ਪਰ ਅਫਸੋਸ ਇੰਨਾ ਹੈ ਕਿ ਜੋ ਬਲਵੀਰ ਸਿੰਘ ਨਾਂ ਦਾ ਹੈੱਡ ਕਾਂਸਟੇਬਲ ਆ, ਉਹਦੀ ਆਪਦੀ ਤਾਕਤ, ਉਹਦਾ ਉੱਪਰ ਮੇਲ ਮਿਲਾਪ, ਉਹਦੇ ਪੈਸੇ ਖਾਧੇ ਹੋਏ ਇੰਨੇ ਸ਼ਰੇਆਮ ਬੋਲਦੇ ਆ। ਉਹ 26/2/2020 ਨੂੰ ਮੇਰੇ ਐਂਟੀ ਚਲਾਨ ਪੇਸ਼ ਕਰ ਦਿੰਦਾ ਹੈ ਤੇ ਉਹ ਇਸ ਰਿਪੋਰਟ ਦੇ ਵਿੱਚ ਕਮਿਸ਼ਨਰ ਨੂੰ ਜੋ ਰਿਪੋਰਟ ਦਿੰਦਾ ਉਹ ਇਹ ਲਿਖ ਰਿਹਾ ਕਿ ਮੈਂ ਪੰਚਾਇਤ ਤੋਂ ਇਸ ਦੇ ਬਾਰੇ ਜਾਣਕਾਰੀ ਲਈ ਹੈ, ਪੰਚਾਇਤ ਨੇ ਸ਼ਮਸ਼ੇਰ ਸਿੰਘ ਨੂੰ ਦੋਸ਼ੀ ਮੰਨਿਆ। ਉਹਦਾ ਕਹਿਣ ਦਾ ਇਹ ਹੈ ਜਦੋਂ ਕਿ ਪੰਚਾਇਤ ਆ ਜਿਹੜੀ, ਪੰਚਾਇਤ ਜਨਵਰੀ ਦੇ ਵਿੱਚ ਬਣ ਰਹੀ ਹੈ, 2019 ਦੇ ਵਿੱਚ ਜਨਵਰੀ 1 ਨੂੰ ਪੰਚਾਇਤ ਬਣ ਰਹੀ ਹੈ, 3 ਮਾਰਚ ਨੂੰ ਇਹ ਕੇਸ ਹੋ ਰਿਹਾ। ਜੋ ਪਿਛਲੀ ਪੰਚਾਇਤ ਆ ਉਹ ਪੁਲਿਸ ਪ੍ਰਸ਼ਾਸਨ ਦੇ ਨਾਲ, ਮੇਰੇ ਨਾਲ ਬਕਾਇਦਾ ਜਾ ਕੇ ਆਈ ਆ, ਉਹਨਾਂ ਨੇ ਦੱਸਿਆ ਇਸ ਅਸਲੀਅਤ ਦਾ। ਇਹ ਪਿਛਲੇ ਵੀ 28 ਕੁਇੰਟਲ ਦਾ ਘਪਲਾ ਕਰ ਚੁੱਕਿਆ, ਹੋਰ ਵੀ ਗਰੀਬਾਂ ਨਾਲ ਸ਼ੋਸ਼ਣ, ਉਹਦੀ ਬਕਾਇਦਾ ਸੋਸ਼ਲ ਮੀਡੀਆ ਤੇ ਵੀ ਖਬਰ ਆ ਚੁੱਕੀ ਹੈ, DC ਤੱਕ ਹੋ ਚੁੱਕੀ ਹੈ। ਪਰ ਪ੍ਰਸ਼ਾਸਨ ਆ ਜਿਹੜਾ ਉਹ ਅਜੇ ਤੱਕ ਮੈਨੂੰ ਨਹੀਂ ਲੱਗਦਾ ਵੀ ਜਾਗਦਾ, ਇਹਨਾਂ ਦੇ ਪ੍ਰਤੀ ਕਾਰਵਾਈ ਕਰਦਾ। ਉਲਟਾ ਜਿਹੜੇ ਰਿਪੋਰਟਾਂ ਪਾ ਰਹੇ ਨੇ ਉਹਨਾਂ ਦੇ ਪ੍ਰਤੀ ਇਹੀ ਸਾਡੇ ਭੁਗਤ ਰਹੇ ਹਾਂ ਅਸੀਂ। ਸਰਪੰਚ ਸਾਹਿਬ ਤੁਹਾਡਾ ਨਾਮ ਪਹਿਲਾਂ ਦੱਸੋ। ਮੇਰਾ ਨਾਮ ਜੀ ਹਰਜੀਤ ਸਿੰਘ। ਅੱਛਾ ਸਰਪੰਚ ਸਾਹਿਬ, ਇਹ ਜਿਹੜਾ ਮਸਲਾ ਸ਼ਮਸ਼ੇਰ ਸਿੰਘ ਵਾਲਾ, ਇਹਦੇ ਬਾਰੇ ਤੁਹਾਡੇ ਕੋਲ ਕੀ ਜਾਣਕਾਰੀ? ਉਹ ਜਾਣਕਾਰੀ ਮੈਨੂੰ ਜਿੰਨੀ ਕੁ ਮੈਨੂੰ ਆ ਜੀ, ਇੱਕ ਤਾਂ ਹੁਣ ਮੈਂ ਥੋੜ੍ਹਾ ਜਿਹਾ ਬਿਰਧ ਹੋ ਗਿਆ ਜ਼ਿਆਦਾ। ਦੂਸਰੀ ਗੱਲ ਹੈ ਵੀ ਇਹ ਭਾਈ ਸ਼ਮਸ਼ੇਰ ਸਿੰਘ
ਜਿੱਦਣ ਦਾ ਆਇਆ ਜੇ ਇਹੋ ਜਿਹਾ ਬੰਦਾ ਉਹ ਪਿੰਡ ਦਾ ਸੁਧਾਰ ਹੋ ਸਕਦਾ, ਪਰ ਇਹਦੀ ਸੁਣੀ ਨਹੀਂ ਜਾ ਰਹੀ। ਜਿਹੜਾ ਸਤਪਾਲ ਦਾ ਕੇਸ ਆ ਉਹਨੂੰ ਅਸੀਂ ਪਹਿਲਾਂ ਮੈਂ ਵੀ ਰੋਕਦਾ ਰਿਹਾ ਵੀ ਤੂੰ ਇਹ ਗੱਲ 'ਚ ਨਾ, ਕਿਉਂ ਖਾਓ ਸਾਰੇ ਖਾਂਦੇ ਨੇ ਪਰ ਜਾਇਜ਼, ਪਰ ਇਹਨੇ ਉਹਨੂੰ ਨੰਗਾ ਕੀਤਾ, ਇਹਦਾ ਨੰਗਾ ਕੀਤਾ ਜਾਂ ਇਹਨੇ ਸੱਚਾਈ, ਇਹਨੂੰ ਸੱਚਾਈ ਮਾਰ ਗਈ। ਹੋਰ ਜ਼ਿਆਦਾ ਕੁਛ ਮੈਂ ਨਹੀਂ ਕਹਿ ਸਕਦਾ ਕਿ ਮੇਰੇ ਤੋਂ ਬੋਲਿਆ ਘੱਟ ਜਾਂਦਾ। ਬਿਲਕੁਲ ਜੋ ਗੱਲਾਂ ਇਹਨੇ ਕਹੀਆਂ ਨੇ ਉਹ ਬਿਲਕੁਲ ਸਹੀ ਆ। ਮੈਂ ਇਹਦੇ ਨਾਲ ਛੇਕੜ ਤੱਕ ਜਾਊਂਗਾ, ਭਾਵੇਂ ਸੁਪਰੀਮ ਕੋਰਟ 'ਚ ਜਾਣਾ ਪਵੇ ਮੈਂ ਨਾਲ ਜਾਊਂਗਾ। ਸ਼ਮਸ਼ੇਰ ਤੋਂ ਪਹਿਲਾਂ ਵੀ ਉਹ ਇਹੋ ਜਿਹੀਆਂ ਲੋਕਾਂ ਨਾਲ ਵਧੀਕੀ ਕਰਦਾ ਸੀਗਾ, ਬਿਲਕੁਲ ਕਰਦਾ। ਉਹਦਾ ਕੀ ਮਤਸਲੀ ਵੀ ਆਪਣੇ ਹੱਥ ਨਾਲ ਚਿੱਠੀ ਪਰਚੀ ਬਣਾ ਕੇ ਦੇ ਵੀ ਬਈ ਇੰਨੀ ਕਣਕ ਆ ਤੇਰੀ, ਜੋ ਕੰਪਿਊਟਰ ਦੀ ਪਰਚੀ ਆ ਇਹ ਉੱਥੋਂ ਹੀ ਰੌਲਾ ਪੱਲਿਆ ਚੱਲਿਆ ਸਾਡਾ। ਇਹ ਕਹਿੰਦਾ ਕੰਪਿਊਟਰ ਦੀ ਪਰਚੀ ਲੈ ਕੇ ਜਾਓ ਉਹਦੇ 'ਤੇ ਕਣਕ ਦਿਓ, ਉਹ ਕਹਿੰਦਾ ਨਹੀਂ ਮੈਂ ਦੇਣੀ, ਮੈਂ ਆਪਣੇ ਹੱਥ ਨਾਲ ਦੇਣੀ ਆ ਲਿਖ ਕੇ। ਇਹ ਹੁਣ ਤੁਸੀਂ ਦੇਖ ਲਓ ਜਾਂ ਵਿਚਾਰ ਕਰ ਲਓ, ਪਰ ਹੁਣ ਮੈਂ ਜ਼ਿਆਦਾ ਨਹੀਂ ਬੋਲ ਸਕਦਾ, ਠੀਕ ਹੈ। ਇਹ ਪਹਿਲਾਂ ਵੀ ਇਹੀ ਕੰਮ ਕਰਦਾ। ਇਹਨਾਂ ਦੀ ਜਿਹੜੀ ਮੌਤ ਦਾ ਉਹ ਕਹਿੰਦੇ ਆ ਵੀ ਇਹਦਾ ਉਸੇ ਮੌਤ time ਹੁਣ ਹੋਈ ਆ ਮੌਤ ਤੇ ਇਹਦੀ ਹੋਈ ਆ ਆਪਣੇ ਹਾਰਟ ਅਟੈਕ ਨਾਲ, ਕੋਈ ਉਹਦੇ ਕੋਈ ਇਹਨੇ ਕੋਈ ਧੱਕਾ ਨਹੀਂ ਮਾਰਿਆ। ਜਦੋਂ ਦੁਪਹਿਰੇ ਇਹ ਕਹਿੰਦੇ ਗਏ ਆ, ਉਹ ਤਾਂ ਬਿਆਨ ਆ ਵੀ ਦੁਪਹਿਰੇ ਹੀ ਮਰ ਗਿਆ। ਨਹੀਂ ਬਿਲਕੁਲ ਦੋ, ਇਹ ਤਾਂ ਆਪਣੇ ਘਰੇ ਸੀ ਜਦ ਉਹਦੀ ਮੌਤ ਹੋਈ ਆ, ਆਪਣੇ ਘਰੇ ਚਲੇ ਗਿਆ ਅਨਾਉਂਸਮੈਂਟ ਕਰਕੇ ਵੀ ਆ ਭਾਈ ਪਰਚੀ ਤੁਸੀਂ ਜਿਹੜੀ ਕਣਕ ਲੈਣੀ ਆ ਕੰਪਿਊਟਰ ਦੀ ਪਰਚੀ 'ਤੇ ਲਵੋ, ਉਹਦੇ ਹੱਥ ਵਾਲੀ ਪਰਚੀ 'ਤੇ ਨਾ ਲਵੋ। ਪਰ ਗੱਲ ਉਹ ਨਹੀਂ ਬਾਜਾ, ਫਿਰ ਆਪਣੇ ਘਰੇ ਆ ਗਿਆ। 2-3 ਘੰਟੇ ਬਾਅਦ ਦੀ ਮੌਤ ਹੁੰਦੀ ਆ, ਸਾਰੇ ਪਿੰਡ ਨੂੰ ਹੀ ਪਤਾ ਵਾ। ਹੁਣ ਚਾਹੇ ਕੋਈ ਕੁਛ ਕਹੀ ਜਾਵੇ ਨਾ ਕਹੀ ਜਾਵੇ, ਇਹ ਨਹੀਂ ਸੁਣੀ ਜਾਊਗੀ ਤਾਂ ਅਸੀਂ, ਸਾਡਾ ਪਿੰਡ ਸਾਡੇ ਨਾਲ ਖੜਾ ਵਾ, ਅਸੀਂ ਇਹਨੂੰ ਨਹੀਂ ਕੋਈ ਤੱਤੀ ਬਾਹਰ ਨਹੀਂ ਲੱਗਣ ਦੇਵਾਂਗੇ। ਜੇ ਝੂਠਾ ਕੋਈ ਕਰੀ ਜਾਵੇ, ਪਿਆ ਕਰੀ ਜਾਵੇ, ਜਿਹੜਾ ਕੋਈ ਦੇਖੀ ਜਾਵੇ। ਇਹ ਬਿਲਕੁਲ 16 ਨੇ ਸਹੀ ਆ। ਇਹੋ ਜਿਹੇ ਬੰਦੇ ਜੇ ਪਿੰਡ ਦੇ ਵਿੱਚ ਆਉਣਗੇ ਤਾਂ ਪਿੰਡ ਦਾ ਸੁਧਾਰ ਹੁੰਦਾ, ਨਹੀਂ ਪਿੰਡ ਗਰਕ ਜੂਗਾ ਇਸ ਗੱਲ। ਹਾਂਜੀ ਜੀਓ ਜੀ ਸਾਹਿਬ, ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਜੀ ਸੂਬੇਦਾਰ ਜਸਵੀਰ ਸਿੰਘ ਹੈ। ਕਿਹੜਾ ਏਰੀਆ? ਮੇਰੇ ਕੋਲ ਜੀ ਇਹ ਨਾਲ ਹੀ ਹੈ ਪਿੰਡ ਮਹਿਮਾ ਸਿੰਘ ਵਾਲਾ, ਮਾਜਰੀ ਤੇ ਲੋਹਗੜ੍ਹ ਸੀ, 3 ਪਿੰਡ। ਇਹ ਤਕਰੀਬਨ ਜਦੋਂ ਅਸੀਂ ਜੁਆਇਨਿੰਗ ਕੀਤੀ ਹੈ, ਇਕੱਠਿਆਂ ਨੇ ਜੁਆਇਨਿੰਗ ਕੀਤੀ ਹੈ। ਇਹ ਬਹੁਤ ਹੀ ਇਮਾਨਦਾਰੀ ਨਾਲ ਭਾਈ ਸ਼ਮਸ਼ੇਰ ਸਿੰਘ ਨੇ ਕੰਮ ਕੀਤਾ। ਅਸੀਂ ਇਹਦੇ ਨਾਲ ਹੀ ਜਿੱਥੇ ਵੀ ਜਾਂਦੇ ਰਹੇ ਹਾਂ। ਇਹ ਬਹੁਤ ਹੀ ਸੱਚਾ ਬੰਦਾ ਔਰ ਮਤਲਬ ਅੰਮ੍ਰਿਤਧਾਰੀ ਹੈ। ਕੋਈ ਕਿਸੇ ਦੀ ਮਤਲਬ ਕਿਸੇ ਦੇ ਗਲਤ ਨਾ ਆਉਣ ਵਾਲਾ, ਨਾ ਕਿਸੇ ਨੂੰ ਗਲਤ ਕਹਿੰਦਾ ਹੈ। ਲੇਕਿਨ ਇਹ ਜਿਹੜਾ ਸਤਪਾਲ ਦੀ ਮੌਤ ਹੈ, ਇਹਦਾ ਉਹ ਅਚਾਨਕ ਮੌਤ ਹੋਈ ਹੈ। ਇਹਦੇ ਉੱਪਰ ਪਹਿਲਾਂ ਵੀ ਪਿੰਡ ਨੇ ਤਕਰੀਬਨ ਜੀਓ ਜੀ ਲੱਗਣ ਤੋਂ ਪਹਿਲਾਂ ਵੀ 5-7 ਸਾਲ ਪਹਿਲਾਂ ਇਹਨਾਂ ਦੀ ਪੁਰਾਣੀ ਪੰਚਾਇਤ ਨੇ ਇਹ ਸਤਪਾਲ ਸਿੰਘ ਨੂੰ ਫੜਿਆ ਸੀ। ਇਹ ਕੰਮ ਦੇ ਵਿੱਚ ਹੀ ਘਟਾਲੇ ਦੇ ਵਿੱਚ ਇਹਦੇ ਉੱਪਰ ਕੇਸ ਚੱਲਦਾ ਸੀ, ਪਰ ਇਹਨੇ ਫਿਰ ਵਿੱਚ ਕੁਝ ਰਾਜਨੀਤਿਕ ਬੰਦੇ ਪਾ ਕੇ, ਦਬਾਅ ਪਾ ਕੇ ਉਹ ਆਪਣਾ ਜਾਣੀ ਇਹਨੇ ਸਮਝੌਤਾ ਕਰ ਲਿਆ ਪੰਚਾਇਤ ਦੇ ਨਾਲ। ਉਸ ਤੋਂ ਬਾਅਦ ਇਹਨੇ ਜਦੋਂ ਜੀਓ ਜੀ ਲਗਾਏ ਆ, ਉਹ ਤਾਂ ਇਸ ਹਾਦਸਾ ਹੋਣ ਤੋਂ ਪਹਿਲਾਂ 6 ਮਹੀਨੇ ਜਿਹੜੀ ਕਣਕ ਵੰਡੀ ਗਈ ਸੀ, ਉਹ ਕਣਕ ਦੇ ਵਿੱਚ ਵੀ 28 ਕੁਆਂਟਲ ਦਾ ਕਪੜਾ ਸੀ ਜੋ ਸ਼ਮਸ਼ੇਰ ਸਿੰਘ ਨੇ ਉਜਾਗਰ ਕੀਤਾ। ਉਹ ਜਸ਼ਨ ਪੰਜਾਬ ਜਿਹੜੀ ਨਿਊਜ਼ ਆ ਉਹਦੇ ਉੱਪਰ ਵੀਡੀਓ ਬਣਾ ਕੇ ਪਾਈ ਗਈ ਸੀ, ਅਖਬਾਰ 'ਚ ਵੀ ਆਇਆ। ਉਸ ਸਮੇਂ ਦੇ ਡੀਸੀ ਸਾਹਿਬ ਤੱਕ ਇਹ ਰਿਪੋਰਟ ਗਈ ਸੀ। ਉਹਨਾਂ ਨੇ ਕਿਹਾ ਸੀ ਕਿ ਹਾਂ ਵੀ ਇਹਦਾ ਜੋ ਵੀ ਕਾਰਵਾਈ ਆ ਕਰਾਂਗੇ ਅਸੀਂ, ਲੇਕਿਨ ਉਹ ਕੋਈ ਹੱਲ ਨਹੀਂ ਹੋਇਆ। ਦੁਬਾਰਾ 6 ਮਹੀਨੇ ਬਾਅਦ ਫਿਰ ਕਣਕ ਆਈ। ਸ਼ਮਸ਼ੇਰ ਸਿੰਘ ਘਰੇ ਹੀ ਸੀ। ਇਹਨੂੰ ਆ ਕੇ ਜਿਹੜੇ ਪਿੰਡ ਦੇ ਗਰੀਬ ਪਰਿਵਾਰ ਨੇ, ਜਿਹੜੇ ਕਿ ਇਹਦੇ ਲਾਭਪਾਤਰੀ ਨੇ, ਕਣਕ ਲੈਣ ਦੇ ਹੱਕਦਾਰ ਨੇ, ਉਹ ਕੁਝ ਬੰਦੇ ਆ ਕੇ ਭਾਈ ਸ਼ਮਸ਼ੇਰ ਸਿੰਘ ਕੋ ਕਹਿੰਦੇ ਵੀ ਉਹ ਸਾਨੂੰ ਜੀ ਜਿਹੜਾ ਸਤਪਾਲ ਹੈ ਡਿਪੂ ਹੋਲਡਰ, ਉਹ ਹੱਥ ਨਾਲ ਪਰਚੀਆਂ ਲਿਖ ਕੇ ਦੇ ਰਿਹਾ, ਜਦੋਂ ਕਿ ਹਾਈ ਲੈਵਲ ਤੋਂ ਗੌਰਮੈਂਟ ਦਾ ਆਦੇਸ਼ ਹੈ, ਪੰਜਾਬ ਗੌਰਮੈਂਟ ਦਾ, ਕਿ ਜਿਹੜੀ ਪਰਚੀ ਕੰਪਿਊਟਰ ਨਾਲ ਕੱਢੀ ਜਾਂਦੀ ਹੈ ਉਹ ਪਰਚੀ ਹੀ ਕਣਕ ਹੋਲਡਰ ਨੂੰ ਦਿੱਤੀ ਜਾਵੇ, ਉਸ ਦੇ ਹਿਸਾਬ ਨਾਲ ਹੀ ਉਹ ਕਣਕ ਮਿਲੇ। ਲੇਕਿਨ ਡਿਪੂ ਹੋਲਡਰ ਕੀ ਕਰਦੇ ਨੇ, ਉਹਦੇ 'ਚੋਂ 5 ਬੰਦਿਆਂ ਦੀ ਪਰਚੀ ਨਿਕਲੀ ਤੇ 3 ਦੀ ਹੱਥ ਨਾਲ ਲਿਖ ਕੇ ਉਹਨਾਂ ਨੂੰ ਕਣਕ ਦੇ ਦਿੰਦੇ ਸੀ। ਕਹਿੰਦੇ ਵੀ 2 ਬੰਦੇ ਹੀ ਤੁਹਾਡੀ ਪਿੱਛੋਂ ਕਣਕ ਆਈ ਨਹੀਂ। ਜਦੋਂ ਸ਼ਮਸ਼ੇਰ ਸਿੰਘ ਨੇ ਜਾ ਕੇ ਡਿਪੂ ਹੋਲਡਰ ਨੂੰ ਕਿਹਾ ਵੀ ਭਾਈ ਸਾਹਿਬ ਸਤਪਾਲ ਸਿੰਘ ਜੀ, ਇਹ ਤੁਸੀਂ ਜਿਹੜੀ ਕੰਪਿਊਟਰ ਦੀ ਪਰਚੀ ਆ ਉਹ ਹੀ ਦਿਓ, ਇੰਨੀ ਗੱਲ ਕਹਿ ਕੇ ਇਹ ਆਪਦੇ ਘਰੇ ਆ ਗਏ। ਉਹ ਤੋਂ ਤਕਰੀਬਨ 2-2.5 ਘੰਟੇ ਬਾਅਦ ਉਹਦੀ ਅਚਾਨਕ ਮੌਤ ਹੋ ਜਾਂਦੀ, ਜਦੋਂ ਕਿ ਉਹ ਬੰਦੇ ਦੀ ਉਮਰ 75 ਸਾਲ ਹੈ ਡਿਪੂ ਹੋਲਡਰ ਦੀ। ਉਹ ਕਈ ਬਿਮਾਰੀਆਂ ਤੋਂ ਗ੍ਰਸਤ ਹੈ। ਅਚਾਨਕ ਮੌਤ ਹੋ ਜਾਂਦੀ ਹੈ, ਲੇਕਿਨ ਬਿਨਾਂ ਵਜ੍ਹਾ ਪਿੰਡ ਦੇ ਕੁਝ ਸ਼ਰਾਰਤੀ ਅਨਸਰਾਂ ਨੇ ਸ਼ਮਸ਼ੇਰ ਸਿੰਘ ਨੂੰ ਇਹਦੇ ਵਿੱਚ ਫਸਾ ਲਿਆ।
ਲੇਕਿਨ ਇਹ ਭਾਈ ਸ਼ਮਸ਼ੇਰ ਸਿੰਘ ਬਹੁਤ ਹੀ ਸੱਚਾ ਇਨਸਾਨ ਹੈ, ਆਪਣੀ ਇਮਾਨਦਾਰੀ ਨਾਲ ਡਿਊਟੀ ਕਰਦਾ। ਕੋਈ ਇਹਦਾ ਕਿਸੇ ਨਾਲ ਪਿੰਡ ਦੀ ਬਿਹਤਰੀ ਵਾਸਤੇ ਸੋਚਦਾ। ਇਹਨੇ ਪਹਿਲਾਂ ਵੀ, ਤੁਸੀਂ ਪਿੰਡ 'ਚ ਜਾ ਕੇ ਪੁੱਛ ਸਕਦੇ ਹੋ, ਮਾਸਟਰ ਇੰਦਰਜੀਤ ਸਿੰਘ ਜੀ ਜਿਹੜੇ ਕਿ ਹੁਣ ਹੈੱਡ ਟੀਚਰ ਨੇ ਗਵਰਨਮੈਂਟ ਪ੍ਰਾਇਮਰੀ ਸਕੂਲ ਦੇ, ਉਹਨਾਂ ਨਾਲ ਮਿਲ ਕੇ ਜਿਹੜਾ ਪ੍ਰਾਇਮਰੀ ਸਕੂਲ ਆ ਉਹਦੇ ਵਿੱਚ ਭਰਤ ਪਵਾਈ, ਹੋਰ ਵੀ ਕੰਮ ਕੀਤੇ ਔਰ ਬਹੁਤ ਵਧੀਆ ਕੰਮ ਕੀਤਾ। ਉਹਦੇ ਵਿੱਚ ਹਰ ਇੱਕ ਬੰਦੇ ਨੂੰ ਕੀਤਾ, ਉੱਥੇ ਮਹਾਰਾਜ ਪ੍ਰਕਾਸ਼ ਕਰਾਇਆ ਤੇ ਮਤਲਬ ਬਹੁਤ ਵਧੀਆ ਬੱਚਿਆਂ ਦੀ ਪੜ੍ਹਾਈ ਬਾਰੇ ਸੋਚਿਆ। ਹੋਰ ਵੀ ਸਮਾਜ ਸੇਵੀ ਹੈ, ਮਤਲਬ ਕਦੋਂ ਵੀ ਜਦੋਂ ਵੀ ਟਾਈਮ ਮਿਲਦਾ ਹਰ ਇੱਕ ਦੇ ਨਾਲ, ਗਰੀਬ ਦੇ ਨਾਲ ਖੜਨ ਵਾਲਾ ਆਦਮੀ ਹੈ ਤੇ ਬਹੁਤ ਸੱਚਾ ਬੰਦਾ ਹੈ। ਲੇਕਿਨ ਇਸ ਨੂੰ ਸਾਡੀ ਤਾਂ ਇਹੀ ਮੰਗ ਹੈ ਕਿ ਇਸ ਭਾਈ ਸ਼ਮਸ਼ੇਰ ਸਿੰਘ ਨੂੰ ਇਨਸਾਫ ਦਿਵਾਇਆ ਜਾਵੇ। ਜੇਕਰ ਅਜਿਹੇ ਇਨਸਾਨ ਜਿਵੇਂ ਤੁਸੀਂ ਇਹ ਸ਼ਮਸ਼ੇਰ ਸਿੰਘ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਆ, ਜੇਕਰ ਇਹਨਾਂ ਦੀ ਇੰਨੀ ਆਵਾਜ਼ ਉਠਾਉਣ ਤੇ ਵੀ ਇਹਨਾਂ ਨਾਲ ਇੰਨੇ ਧੱਕੇ ਹੋ ਰਹੇ ਆ, ਕੀ ਤੁਹਾਡਾ ਦਿਲ ਕਰਦਾ GOG ਵਿੱਚ ਕੰਮ ਕਰਨ ਨੂੰ? ਬਿਲਕੁਲ ਨਹੀਂ। ਅਗਰ ਇਹ ਸੱਚੇ ਇਨਸਾਨ ਤੇ ਇੱਕ ਇਹੋ ਜਿਹੇ ਪਰਚੇ ਹੋਣਗੇ ਤੇ ਕੋਈ ਵੀ ਬੰਦਾ ਸਮਾਜ ਸੇਵੀ ਹੈ ਜਾਂ ਸਹੀ ਕੰਮ ਕਰਨ ਵਾਲਾ, ਗਰੀਬਾਂ ਦੀ ਆਵਾਜ਼ ਉਠਾਉਣ ਵਾਲਾ, ਉਹ ਕਦੇ ਵੀ ਅੱਗੇ ਨਹੀਂ ਆਏਗਾ। ਕਿਉਂਕਿ ਉਹਨੂੰ ਵੀ ਪਤਾ ਕਿ ਜਿਸ ਤਰ੍ਹਾਂ ਸ਼ਮਸ਼ੇਰ ਸਿੰਘ ਨਾਲ ਹੋਈ ਆ, ਕੱਲ੍ਹ ਨੂੰ ਮੇਰੇ ਨਾਲ ਵੀ ਇਹੀ ਹੋਣੀ ਹੈ। ਇਸ ਕਰਕੇ ਇਹਦਾ ਜ਼ਰੂਰ ਕੋਈ ਨਾ ਕੋਈ ਹੱਲ ਕੀਤਾ ਜਾਵੇ ਤੇ ਭਾਈ ਸ਼ਮਸ਼ੇਰ ਸਿੰਘ ਨੂੰ ਇਨਸਾਫ ਦਿਵਾਇਆ ਜਾਵੇ। ਹਾਂਜੀ, ਤੁਹਾਡਾ ਨਾਮ ਕੀ ਹੈ ਜੀ? ਬਲਵਿੰਦਰ ਕੌਰ। ਅੱਛਾ ਜੀ, ਤੁਸੀਂ ਸ਼ਮਸ਼ੇਰ ਸਿੰਘ ਦੇ ਕੀ ਕਰਦੇ? ਮੈਂ ਉਹਨਾਂ ਦੀ ਮਿਸੀ ਹਾਂ ਜੀ। ਇਹ ਜਿਹੜਾ ਹਾਦਸਾ ਹੋਇਆ ਪਿੰਡ ਦੇ ਵਿੱਚ ਡੀਪੂ ਹੋਲਡਰ ਦੇ ਨਾਲ, ਉਹਦੇ ਬਾਰੇ ਕੀ ਜਾਣਕਾਰੀ? ਉਹਦਾ ਵੀਰ ਜੀ, ਅਸੀਂ ਕਿਸੇ ਦੇ ਘਰ ਚੋਂ ਆਏ ਸੀਗੇ ਦੋਨੋਂ ਜਾਣੇ ਮੋਟਰਸਾਈਕਲ ਤੇ ਮੈਨੂੰ ਉਤਾਰ ਕੇ ਦਰਵਾਜ਼ੇ ਉੱਥੇ ਡੀਪੂ ਹੋਲਡਰ ਕਣਕ ਵੰਡ ਰਿਹਾ ਸੀਗਾ ਤੇ ਕਹਿੰਦੇ ਮੈਂ ਉਹਨੂੰ ਚੈੱਕ ਕਰਿਆ ਵਾਂ। ਉਹ ਚੈੱਕ ਕਰਨ ਗਏ, ਉੱਥੇ ਲਾਭਪਾਤਰੀ ਵੀ ਕਾਫੀ ਬੈਠੇ ਸੀਗੇ। ਉਹ ਬੈਠਾ ਪਰਚੀਆਂ ਕੱਟ ਰਿਹਾ ਸੀਗੇ, ਜਿਹੜੀਆਂ ਇਹ ਪੋਸਟ ਰਾਹੀਂ ਨਿਕਲਦੀਆਂ ਸੀ ਪਰਚੀਆਂ, ਉਹ ਆਪਦੇ ਝੋਲੇ 'ਚ ਪਾ ਰਿਹਾ ਸੀਗਾ ਤੇ ਨਕਲੀ ਪਰਚੀਆਂ ਦੇ ਰਿਹਾ ਸੀਗੇ ਲਾਭਪਾਤਰੀਆਂ ਨੂੰ। ਇਹ ਕਹਿੰਦੇ ਸਤਪਾਲ ਤੁਸੀਂ ਕੀ ਕਰ ਰਹੇ ਹੋ? ਕਹਿੰਦਾ ਮੈਂ ਤਾਂ ਇਦਾਂ ਹੀ ਕਰੂੰ। ਤੇ ਇਹਨਾਂ ਨੇ ਫੂਡ ਇੰਸਪੈਕਟਰ ਨੂੰ ਫੋਨ ਲਾ ਲਿਆ। ਉਹ ਕਹਿੰਦੇ ਮੇਰੀ ਸਤਪਾਲ ਨਾਲ ਗੱਲ ਕਰਾ ਦੇ। ਕਹਿੰਦੇ ਮੈਂ ਨਹੀਂ ਕਰਦਾ। ਤੇ ਉਹ ਕਰਿੰਦੇ ਨੇ ਗੱਲ ਕੀਤੀ, ਉਹਨਾਂ ਨੇ ਕਣਕ ਵੰਡ ਕਰਤੇ। ਆਪਦਾ ਜਾ ਕੇ 2 ਮਿੰਟ ਖੜੇ ਹੋਣਗੇ, ਜਾ ਕੇ ਅਨਾਉਂਸਮੈਂਟ ਕੀਤੀ ਵੀ ਤੁਸੀਂ ਲਾਭਪਾਤਰੀ ਆ ਜਿਹੜੇ ਵੀ ਕੱਚੀ ਪਰਚੀ ਨਾ ਲਿਓ ਭਾਈ, ਕੋਈ ਜਿਹੜੀ ਪ੍ਰਿੰਟ ਨਿਕਲਦਾ ਵਾ ਉਹ ਲਓ। ਇਹ ਘਰ ਆ ਗਏ, ਘਰ ਆ ਕੇ ਸਾਡੇ ਮਕਾਨ ਦੀ ਸਾਰੀ ਹੁੰਦੀ, ਉੱਥੇ ਰੋਟੀ ਖਾਧੀ, ਰੋਟੀ ਖਾ ਕੇ ਚਾਹ ਲੈ ਕੇ ਚਲੇ ਗਏ ਤੇ ਅਸੀਂ ਘਰ ਬੈਠੇ ਹਾਂ। ਫਿਰ ਉਸ ਤੋਂ ਬਾਅਦ ਮੈਂ ਗੁਆਂਢੀਆਂ ਦੇ ਘਰ ਚਲੀ ਗਈ, ਇਕੱਲੀ ਸੀਗੀ। ਉੱਥੇ ਇਹ ਆ ਗਿਆ, ਅਸੀਂ ਉੱਥੇ ਚਾਹ ਪੀਂਦੇ ਹਾਂ। ਚਾਹ ਪੀਂਦੇ ਨੂੰ ਸਾਨੂੰ ਮੈਨੂੰ 2 ਵਜੇ ਗਏ ਸੀ, 4 ਵੱਜ ਗਏ ਹੋਣਗੇ ਸਾਨੂੰ। ਤਾਂ ਉੱਥੇ ਉਹਨਾਂ ਨੇ ਆ ਕੇ ਦੱਸਿਆ ਕਿਸੇ ਨੇ ਵੀ ਸਤਪਾਲ ਆ ਜਿਹੜਾ, ਉਹਨੂੰ ਲੈ ਕੇ ਗਏ, ਉਹਨੂੰ ਹਾਰਟ ਅਟੈਕ ਹੋ ਗਿਆ ਤੇ ਉਹਦੀ ਡੈਥ ਹੁੰਦੀ 6 ਵਜੇ। ਤੇ ਇਹਦੇ ਵਿੱਚ ਉਹਨੇ ਸਾਡੇ ਤੇ ਲਾਇਆ ਹੋਇਆ ਵੀ 2:30-3 ਵਜੇ ਮੈਡੀਕਲ ਰਿਪੋਰਟ ਦੇ ਹਿਸਾਬ ਨਾਲ। ਉਹ ਕੁਦਰਤੀ ਮੌਤ ਮਰਿਆ, ਪਰ ਇਹਨਾਂ ਨੇ ਸਾਜ਼ਿਸ਼ ਕਰਕੇ ਇਹਨਾਂ ਨੇ ਮੇਰੇ ਹਸਬੈਂਡ ਦੇ ਨਾਂ ਲਾਇਆ ਸਾਰਾ। ਤਾਂ ਦੂਸਰੇ ਦਿਨ ਅਸੀਂ ਗਏ ਆ, ਉਧਰੋਂ ਫੜ ਕੇ ਲੈ ਕੇ, ਫੋਨ ਵੀ ਉਹਦੇ ਕੋਲ ਹੀ ਆ, ਬਲਵੀਰੇ ਕੋਲੇ, ਤੇ ਇਹਨਾਂ ਦਾ ਸਿਰ ਦਾ ਪਟਕਾ ਉਹ ਵੀ ਉੱਥੇ ਹੀ ਆ। ਤੇ ਉਹਨੇ ਰਾਤ ਨੂੰ ਕਾਫੀ ਇਹਨਾਂ ਦੇ ਨਾਲ ਖਿੱਚ-ਤੂ ਕੀਤੀ ਆ। ਉਹ ਗੁੱਛਾ ਵਾਲਾਂ ਦਾ ਉਹ ਹਾਲੇ ਵੀ ਸਾਡੇ ਕੋਲ ਆ। ਉਹਨੂੰ ਪਤਾ ਨਹੀਂ ਹੈ ਕਿਹਨੇ ਖਿੱਚ-ਤੂ ਕਰੀ ਸੀ ਕੇਸਾਂ ਦੇ? ਬਲਵੀਰ ਸਿੰਘ ਨੇ, ਹੈੱਡ ਕਾਂਸਟੇਬਲ ਜਿਹੜਾ ਤਫਤੀਸ਼ੀ ਅਫਸਰ ਸੀਗਾ। ਉਹਨੇ ਸਾਡੇ ਤਫਤੀਸ਼ ਕੀਤੀ ਪਿੰਡ ਵਿੱਚ। ਉਹਨੇ ਦੂਜੀ ਵਾਰ ਵੀ ਇਨਕੁਆਰੀ ਉਹਨੂੰ ਦੇਤੀ ਆ। ਜਿਹੜਾ ਇੱਕ ਸਾਡੇ ਨਾਲ ਧੱਕਾ ਕਰ ਰਿਹਾ ਸੀ, ਕਹਿ ਰਹੇ ਆ ਬਾਰ-ਬਾਰ ਵੀ ਇਨਕੁਆਰੀ ਕਿਸੇ ਹੋਰ ਨੂੰ ਦਿੱਤੀ ਹੈ, ਪਰ ਉਹਨੂੰ ਬਾਰ-ਬਾਰ ਦਿੱਤੀ ਜਾਂਦੀ ਹੈ ਇਨਕੁਆਰੀ। ਉਹੀ ਆਪਦੇ ਕੋਲ ਜਿਹੜੇ ਸਾਡੇ ਗਵਾਹ ਵਾ, 2 ਸੀਗੇ ਗਵਾਹ ਗਏ, ਉਹ ਵੀ ਉਹਨੇ ਆਊਟ ਕਰਤੇ। ਆਪਦੀ ਮਰਜ਼ੀ ਦੇ ਨਾਲ ਚਲਾਨ ਪੇਸ਼ ਕਰਕੇ ਉਹਨੂੰ ਪੁਲਿਸ ਕਮਿਸ਼ਨਰ ਨੂੰ ਦੇਤਾ ਵਾ। ਤਾਂ ਦੂਜੇ ਦਿਨ ਜਦੋਂ ਅਸੀਂ ਗਏ ਆ, ਮੈਂ ਆਪਦੇ ਬੱਚਿਆਂ ਨਾਲ ਗਈ ਹਾਂ, ਸਵੇਰੇ ਅਸੀਂ 7 ਵਜੇ ਚਲੇ ਗਏ ਤਾਂ ਇਹ ਬੁਰਸ਼ੀ ਕਰ ਰਿਹਾ ਸੀ। ਇਹਨੇ ਸਾਨੂੰ ਬੁਲਾਇਆ, ਕਹਿੰਦੇ ਹੁਣ ਤੁਰੇ ਫਿਰਦੇ, ਹੁਣ ਤਾਂ ਪਰਚਾ ਦਰਜ ਹੋਏਗਾ। ਕਹਿੰਦੇ 10 ਲੱਖ ਰੁਪਈਆ ਦੇ ਕੇ ਉਹਦੇ ਨਾਲ ਫੈਸਲਾ ਕਰ ਲੈਂਦੇ ਪਹਿਲਾਂ। ਕਹਿੰਦੇ ਕੱਲ੍ਹ ਤਾਂ ਤੁਹਾਡੇ ਬੜੇ GOG ਉੱਡੇ ਫਿਰਦੇ ਸੀ, ਹੁਣ ਕਿੱਧਰ ਗਏ? ਕਾਫੀ ਜਣੇ ਰਫ ਬੋਲਿਆ, ਘਰ ਵੀ ਮੈਨੂੰ ਇਹ ਰਫ ਬੋਲਿਆ ਵਾ, ਪੁਲਿਸ ਵਾਲਾ ਬਲਵੀਰ ਸਿੰਘ। ਹਾਂਜੀ, ਤੇ ਇਹਨਾਂ ਨੂੰ ਕਿਹਾ, ਮੈਂ ਉਹ ਨਾਲ ਦੇ ਪੁਲਿਸ ਵਾਲੇ ਨੂੰ ਕਿਹਾ, ਮੈਂ ਕਿਹਾ ਵੀਰ ਜੀ ਚਾਹ ਬਣਾਈ ਗਏ, ਦੋਨੋਂ ਸੀਗੇ। ਤੇ ਇਹਨਾਂ ਨੂੰ ਰਾਤ ਨੂੰ ਗੰਦੀਆਂ ਗਾਲਾਂ ਬਹੁਤ ਕੱਢੀਆਂ, ਬਹੁਤ ਡਰਿੰਕ ਕੀਤੀ ਹੋਈ ਸੀਗੀ। ਕਹਿੰਦਾ ਤੇਰੀ ਘਰ ਵਾਲੀ ਕਹਿੰਦਾ ਚਾਹ ਪੁੱਛਦੀ ਸੀ, ਦੁੱਧ ਨਹੀਂ ਸੀ ਲਿਆ ਸਕਦੀ। ਤੇ ਕਹਿੰਦੇ ਉਹ ਵੀ ਤੇਰੇ ਨਾਲ ਰਲੀ ਹੋਈ ਆ, ਕਹਿੰਦੇ ਉਹਦੇ ਤੇ ਵੀ ਮੈਂ ਕੇਸ ਪਾਊਂਗਾ। ਕਹਿੰਦਾ ਤੁਹਾਨੂੰ ਮੈਂ ਖਪਾਊਂਗਾ, ਕਹਿੰਦਾ ਮੈਂ ਪਤਾ ਨਹੀਂ ਕਿੰਨੇ ਖਪਾਤੇ ਆ। ਤੇ ਸਿੱਖੀ ਬਾਰੇ ਬਹੁਤ ਬੋਲਿਆ। ਕਹਿੰਦੇ ਜਿਹੜੇ ਦੂਜੇ 2, ਕਹਿੰਦਾ ਤੂੰ ਵਾਹਿਗੁਰੂ ਕਰੀ ਜਾਂਦਾ। ਕਹਿੰਦਾ ਜਿਹੜੇ ਦੂਜੇ ਉਹ 2 ਮਾਰੇ ਆ ਉੱਥੇ ਬਹਿਬਲ ਕਲਾਂ 'ਚ, ਕਹਿੰਦਾ ਉਹਨਾਂ ਦਾ ਕੀ ਬਣਿਆ? ਫਿਰ ਭੱਦੀ ਸ਼ਬਦਾਵਲੀ ਵਰਤੀ ਫੌਜ ਬਾਰੇ। ਕਹਿੰਦਾ ਇੱਥੇ ਤੁਸੀਂ ਫੌਜ ਦੇ ਇਹਦੇ ਕੈਪਟਨ ਦੇ ਸਾਲੇ ਬਣੇ ਹੋਏ ਆ। ਕਹਿੰਦੇ ਉੱਥੇ ਅਸੀਂ ਰਿੰਗ ਚੱਲਦੇ ਆ ਵਰਦੀਆਂ ਪਾ ਕੇ। ਕਹਿੰਦੇ ਤੁਹਾਨੂੰ ਕੈਪਟਨ ਨੇ ਭੂਏ ਚੜਾ ਲਿਆ। ਜਾਨੀ ਬਹੁਤ ਨਿੱਜੀ ਹਮਲੇ ਵੀ ਕੀਤੇ। ਕਹਿੰਦੇ ਤੂੰ ਦਿਹਾੜੀਆਂ ਕਰਦਾ, ਕਿਉਂਕਿ ਸਾਡੇ ਬਾਹਰ ਗੇਟ ਤਿਆਰ ਹੁੰਦੇ ਸੀ ਨਾ, ਕਹਿੰਦੇ ਦਿਹਾੜੀਆਂ ਕਰਦਾ ਤੂੰ ਲੋਕਾਂ ਨੂੰ ਮਾਰਦਾ ਫਿਰਦਾ। ਘਰੇ ਵੀ ਆਈ ਸ਼ਬਦ ਬੋਲਿਆ, ਕਹਿੰਦਾ ਇੱਥੇ ਤੂੰ ਬੰਦਾ ਮਾਰ ਕੇ ਘਰੇ ਆ ਕੇ ਬਹਿ ਗਿਆ। ਕੀ ਤੁਹਾਡੇ ਹੁਣ ਘਰ ਵਾਲੇ ਨੂੰ ਤੁਸੀਂ GOG ਦੇ ਵਿੱਚ ਕੰਮ ਕਰਨ ਦੇਵੋਗੇ? ਨਹੀਂ, ਬਿਲਕੁਲ ਨਹੀਂ। ਕਿਉਂ?
ਕਿਉਂਕਿ ਸਾਨੂੰ ਸਜ਼ਾ ਮਿਲ ਚੁੱਕੀ ਹੈ ਸੱਚ ਦੇ ਨਾਲ ਖੜਨ ਦੀ। ਇਸ ਤਾਂ ਗਰੀਬਾਂ ਦੇ ਪੱਖ ਵਿੱਚ ਸਾਡਾ ਪਰਿਵਾਰ ਪਹਿਲਾਂ ਤੋਂ ਗਰੀਬਾਂ ਦੇ ਪੱਖ ਵਿੱਚ ਖੜਦਾ ਏ। ਸਾਡੇ ਪਾਪਾ ਹੀ ਸਰਪੰਚ ਰਹੇ, ਉਹ ਵੀ ਗਰੀਬਾਂ ਦੇ ਪਿੰਡ ਵਿੱਚੋਂ ਤੁਸੀਂ ਪਤਾ ਕਰ ਸਕਦੇ ਆ। ਅਸੀਂ ਤਾਂ ਆ ਹੁੰਦਾ ਵੀ ਜੋ ਗਰੀਬ ਘਰੇ ਆ ਜੇ ਵੀ ਖਾਲੀ ਨਾ ਮੁੜੇ। ਅਸੀਂ ਜਿਹੜੀਆਂ ਹੀਰਾ ਫੇਰੀਆਂ ਹੁੰਦੀਆਂ ਸੀ ਆਹ ਨੀਲੇ ਕਾਰਡਾਂ ਦੇ ਵਿੱਚ ਸਾਡੇ ਸਵੇਰੇ ਹੀ ਆ ਜਾਂਦੇ ਸੀਗੇ ਦੂਜੇ ਨੀਲੇ ਕਾਰਡਾਂ ਵਾਲੇ ਵੀ ਅੰਕਲ ਸਾਨੂੰ ਇਹ ਨਾ ਕਣਕ 6 ਬੰਦਿਆਂ ਦੀ ਹੁੰਦੀ ਹੈ 4 ਦੀ ਦਿੰਦਾ ਵਾ। ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਅਸੀਂ ਪ੍ਰਸ਼ਾਸਨ ਤੇ ਹੀ ਕਰਦੇ ਵੀ 1.5 ਸਾਲ ਹੋ ਗਏ ਸਾਨੂੰ ਸੱਚੇ ਬੰਦੇ ਨੂੰ ਤੁਰੇ ਫਿਰਦੇ, ਸਾਨੂੰ ਕੋਈ ਇਨਸਾਫ ਨਹੀਂ ਮਿਲਿਆ। ਅਸੀਂ ਡੀਜੀਪੀ ਨੂੰ, ਕੈਪਟਨ ਸਾਹਿਬ ਨੂੰ ਤੇ ਉੱਧਰ PM ਨੂੰ ਵੀ ਚਿੱਠੀਆਂ ਉਦੋਂ ਹੀ ਪਾਤੀਆਂ ਸੀ ਆਨਲਾਈਨ, ਬੱਚਿਆਂ ਨੇ ਸਾਰਿਆਂ ਨੂੰ ਅਸੀਂ ਰਿਕੁਐਸਟ ਕਰਤੇ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਸੁਣਦੇ ਹਾਂ ਉਸ ਪੀੜਤ ਪਰਿਵਾਰ ਵੱਲੋਂ ਉਸ ਮਸਲੇ ਬਾਰੇ, ਕੀ ਉਹ ਮਸਲਾ ਸੀ। ਅੱਛਾ ਮਾਤਾ, ਜਿਹੜਾ ਤੁਹਾਡਾ ਡੀਪੂ ਦੇ ਵਿੱਚ ਕੇਸ ਸੀਗਾ ਤੁਹਾਡੇ ਘਰ ਵਾਲੇ ਦਾ, ਉਹ ਕੀ ਮਸਲਾ ਸੀਗਾ, ਕੀ ਗੱਲਬਾਤ ਹੋਈ ਸੀ ਉਹ? ਦੇਖੋ ਜੀ, ਮੈਂ ਤਾਂ ਹੈ ਨਹੀਂ ਸੀਗੀ, ਦੇਖਦਾ ਹੈ ਕਿ ਨਾ। ਹਾਂਜੀ, ਤੇ ਮੈਂ ਇਸੇ ਕਰਕੇ ਕਹਿੰਦੀ ਸੀ ਵੀ ਤੁਸੀਂ ਸਰਪੰਚ ਨੂੰ ਬੁਲਾ ਲੈਂਦੇ ਬਈ ਮੈਂ ਨਹੀਂ ਤੁਹਾਨੂੰ ਮਦਦ ਮਿਲਦੀ ਹੈ ਜੀ ਰਾਸ਼ਨ ਰੂਸ਼ਨ ਕਿਤੋਂ? ਨਾ ਰਾਸ਼ਨ ਜਿਹੜਾ ਉਹ ਦੇ ਕੇ ਗਏ ਸੀਗੇ, ਹਾਂਜੀ, ਸਰਪੰਚ ਜਿਹੜਾ ਦੇ ਕੇ ਗਏ ਸਰਪੰਚ ਦੇ ਕੇ ਗਏ, ਅੱਛਾ। ਉਹ ਨਹੀਂ ਸੀ। ਤੁਹਾਨੂੰ ਇਹ ਜਦੋਂ ਉਹਨਾਂ ਦੇ ਨਾਲ ਝਗੜਾ ਹੋਇਆ ਜੀਓ ਜੀ ਨਾਲ, ਤੁਹਾਨੂੰ ਬਾਅਦ ਵਿੱਚ ਪਤਾ ਲੱਗਿਆ ਉਹ ਕੀ ਗੱਲਬਾਤ ਹੋਈ ਆ? ਇਹ ਨਾ ਪਤਾ ਲੱਗ ਗਿਆ ਜੀ ਇਹਨਾਂ ਨੂੰ। ਜਦੋਂ ਜੀਓ ਜੀ ਨਾਲ ਉਹਨਾਂ ਦਾ ਕਹਿੰਦੇ ਝਗੜਾ ਹੋਇਆ, ਉਸ ਤੋਂ ਬਾਅਦ ਮੌਤ ਹੋਈ ਆ? ਕੀ ਉਹਨਾਂ ਦੀ ਮੌਤ ਬਾਅਦ ਵਿੱਚ ਹੋਈ ਆ? ਬਹੁਤ ਉੱਥੋਂ ਬੋਲਿਆ ਹੀ ਨਹੀਂ, ਉਹ ਤਾਂ ਚੱਕ ਕੇ ਜਦੋਂ ਲੈ ਕੇ ਆਂਦਾ। ਅੱਛਾ, ਡੀਪੂ ਚੋਂ? ਨਾ ਇੱਥੋਂ ਆ ਦੇ ਧਰਮਸ਼ਾਲਾ ਚ ਜਿੱਥੇ ਸੀ। ਵੰਡਦੇ ਸੀਗੇ ਉੱਥੋਂ? ਹਾਂ, ਪਰਚੀਆਂ ਕੱਟਦੇ ਸੀ। ਅੱਛਾ ਜੀ, ਜਾਣੀ ਉੱਥੇ ਹੀ ਉਹਨਾਂ ਨੂੰ ਅਟੈਕ ਹੋ ਗਿਆ ਜਾਂ ਕੀ ਹੋਇਆ? ਇਹਦਾ ਹੀ ਨਾ ਡਾਕਟਰ ਨੂੰ ਹੀ ਪਤਾ ਵਾ, ਨਾ ਇਹ ਨਹੀਂ ਸਾਨੂੰ ਪਤਾ ਵਾ, ਨਾ ਉਹਨਾਂ ਨੂੰ ਪਤਾ ਵਾ, ਜਾਂ ਉਹ ਜਾਣੀ ਉੱਥੋਂ ਜਾਣੀ ਧਰਮਸ਼ਾਲਾ ਤੇ ਚੱਕ ਹੀ ਲੈ ਕੇ ਆਉਂਦੇ? ਹਾਂ, ਜਾਂ ਮਰਨ ਵਾਲੇ ਨੂੰ ਪਤਾ ਵਾ ਜੀ। ਫਿਰ ਡਾਕਟਰ ਕੋਲੇ ਗਏ ਸੀ ਲੈ ਕੇ? ਹਾਂ, ਹਸਪੀਟਲ ਗਏ, ਸਿਵਲ ਗਏ ਸੀਗੇ। ਡੇਲੋ ਡੇਲੋਂ ਜੀ? ਅੱਛਾ, ਉੱਥੋਂ ਫਿਰ ਘਰੇ ਆ ਗਏ? ਇਹ ਕਿੰਨੇ ਕੁ ਟਾਈਮ ਦੀ ਤੁਹਾਨੂੰ ਗੱਲਬਾਤ ਹੈ ਜੀ? ਦੁਪਹਿਰ ਦੀ ਹੈ ਕਿ ਸਵੇਰ ਦੀ ਹੈ? 12 ਕੁ ਵਜੇ ਸੀ। ਕਿੰਨਾ ਦੁਪਹਿਰ ਟਾਈਮ ਹੀ ਸੀਗਾ। ਦੁਪਹਿਰੇ ਜਾਣੀ ਉਹਨਾਂ ਦੀ ਮੌਤ ਹੋ ਗਈ ਜੀ? ਕਿ ਹਸਪਤਾਲ ਵਾਲਿਆਂ ਤੋਂ ਉੱਥੇ ਜਾ ਕੇ ਪਤਾ ਲੱਗੇ ਕਿ ਪਿੰਡ 'ਚ ਹੀ ਪਤਾ ਲੱਗ ਗਿਆ ਸੀ? ਨਾ ਘਰੇ ਹੀ ਪਤਾ ਲੱਗ ਗਿਆ ਸੀ। ਸੁਣਦੇ ਆ ਪਿੰਡ ਦੇ ਸਰਪੰਚ ਤੋਂ ਇਹ ਮਸਲਾ ਕੀ ਸੀ। ਸਰਪੰਚ ਸਾਹਿਬ, ਪਹਿਲਾਂ ਤਾਂ ਧੰਨਵਾਦ ਤੁਹਾਡਾ ਪੰਜਾਬ ਦੀ ਆਵਾਜ਼ ਨਿਊਜ਼ ਚੈਨਲ ਤੇ। ਹਾਂਜੀ ਹਾਂਜੀ, ਤੁਹਾਡਾ ਵੀ ਧੰਨਵਾਦ ਬਹੁਤ ਪਿੰਡ ਆਉਣ ਤੇ। ਜਿਹੜਾ ਇਹ ਮਸਲਾ ਸੀ ਸਤਪਾਲ ਵਾਲਾ, ਹਾਂਜੀ ਬਿਲਕੁਲ ਜੀ, ਇਹਦੇ ਬਾਰੇ ਤੁਹਾਡੇ ਕੋਲੇ ਪਰਿਵਾਰ ਨੇ ਕੀ ਗੱਲਬਾਤ ਕੀਤੀ? ਇਹਦੇ ਬਾਰੇ ਸਤਪਾਲ ਚਲੋ ਜਦੋਂ ਮੇਰੇ ਕੋਲ ਆਇਆ ਜੀ, ਪਹਿਲਾਂ ਸਤਪਾਲ ਨਾਲ ਥੋੜ੍ਹਾ ਜਿਹਾ ਟਾਈਮ ਮੇਰੇ ਕੋਲ ਆਉਂਦਾ ਰਿਹਾ ਵੀ ਮੇਰਾ ਇਹਦੇ ਨਾਲ ਕੋਈ ਇਸ਼ੂ ਆ। ਉਸ ਤੋਂ ਬਾਅਦ ਇਹਨਾਂ ਦਾ ਚਲੋ ਥਾਣੇ ਗਏ ਆ, ਪ੍ਰਕਿਰਿਆ ਇਹ ਪਰਿਵਾਰ ਨੂੰ ਪਤਾ ਵੀ ਉਹਨਾਂ ਦਾ ਕਾਨੂੰਨੀ ਕੀ ਕੇਸ ਚੱਲਿਆ ਜਾਂ ਨਹੀਂ ਚੱਲਿਆ, ਉਹਦੇ ਬਾਰੇ ਨਹੀਂ